सवाल यही है कि नोटबंदी जिहड़ी आ ये की हुंदी आ ते क्यों करनी पैंदी आ? नोटबंदी इस करके करनी पैंदी है भी कई बारी ना महसूस किया जाता है कि ਜਿਹੜੇ कैपिटलिस्ट देश ने जी जिवें इंडिया है जी इन्हां देशां 'ਚ कई बारी ये शंका हो जाती है कि ਜਿਹੜੀ ब्लैक मनी आ वो बहुत सारी वध गई आ ते ब्लैक मनी ਜਿਹੜੀ ਉਹ ਸਰਕੂਲੇਸ਼ਨ 'ਚ नहीं आ रही। अच्छा जी ਜਿਹੜੀ ਮਨੀ ਸਰਕੂਲੇਸ਼ਨ 'ਚ नहीं ਆਉਂਦੀ ਉਹ ਇਕਾਨਮੀ 'ਚੋਂ ਨਿਕਲ ਜਾਂਦੀ ਹੈ। अच्छा जी ਤੇ ਉਸ ਵੇਲੇ ਫਿਰ ਲੋੜ ਪੈ ਜਾਂਦੀ ਆ ਕਿ ਜਿਹੜੇ ਨੋਟਬੰਦੀ ਕਰਕੇ ਜਿਹੜੇ ਉਹ ਨੋਟ ਜਿਹੜੇ ਲੋਕਾਂ ਨੇ ਜਮ੍ਹਾਂ ਕਰ ਰਹੇ ਨੇ ਉਹਨਾਂ ਨੂੰ ਬੰਦ ਹੀ ਕਰ ਦਿੱਤਾ ਜਾਏ। ਜਿਨ੍ਹਾਂ ਨੇ ਤੇ ਬਲੈਕ ਮਨੀ ਰੱਖੀ ਆ ਉਹ ਉਹਨਾਂ ਦੇ ਉੱਤੇ ਤੇ ਸ਼ਿਕੰਜਾ ਕੱਸਿਆ ਹੀ ਜਾਂਦਾ, ਪਰ ਆਮ ਲੋਕ ਬੜੇ ਪਿਸਦੇ ਇਹਦੇ ਵਿੱਚ ਕਿ ਜਿਹੜੇ ਬਲੈਕ ਮਨੀ ਆ ਨਾ ਕਾਲਾ ਧਨ ਆ ਉਹ ਆਮ ਤੌਰ ਤੇ ਵੱਡੇ ਨੋਟਾਂ 'ਚ ਰੱਖਣਾ ਸੌਖਾ ਹੁੰਦਾ ਹੈ ਤੇ 100 ਰੁਪਏ ਦੇ ਨੋਟ ਫਿਰ ਉਹਨੂੰ 20 ਕਰਨੇ ਪੈਣਗੇ 2000 ਦੇ ਨੋਟ ਦੇ ਬਜਾਏ। ਤੇ ਜੇ 2000 ਦਾ ਨੋਟ ਆ ਉਹ ਥੋੜੇ ਨੋਟਾਂ 'ਚ ਜਿਹੜੇ ਨੇ ਬਹੁਤ ਸਾਰੀ ਪਾਸੇ ਨੇ ਜਮ੍ਹਾਂ ਕੀਤੇ ਜਾ ਸਕਦੇ ਨੇ ਜੀ। ਇਹੋ ਵਜ੍ਹਾ ਸੀ ਕਿ 15 ਜਿਹੜੀ 16 'ਚ ਨੋਟਬੰਦੀ ਹੋਈ ਉਹ 'ਚ 500 ਤੇ 1000 ਦਾ ਹੀ ਨੋਟ ਬੰਦ ਕੀਤਾ ਗਿਆ। ਸਰਕਾਰ ਕਹਿ ਰਹੀ ਆ ਕਿ ਬਲੈਕ ਮਨੀ ਜਿਹੜੀ ਉਸ ਨੂੰ ਰੋਕਣ ਵਾਸਤੇ ਅਸੀਂ ਨੋਟਬੰਦੀ ਕਰ ਰਹੇ ਹਾਂ ਤੇ 1000 ਤੋਂ ਵੀ ਵੱਡਾ ਨੋਟ ਜਿਹੜਾ ਸ਼ੁਰੂ ਕਰਤਾ। ਸਭ ਤੋਂ ਪਹਿਲੀ ਵਾਰੀ 2000 ਦਾ ਨੋਟ ਸ਼ੁਰੂ ਹੋਈ 2016 'ਚ 2016 'ਚ ਹੋਇਆ ਜੀ। ਉਦੋਂ ਪਹਿਲਾਂ ਸਭ ਤੋਂ ਵੱਡਾ ਨੋਟ 1000 ਰੁਪਏ ਦਾ ਹੀ ਹੁੰਦਾ ਸੀ। 2000 ਨੋਟ ਜਦੋਂ ਸ਼ੁਰੂ ਕੀਤਾ ਗਿਆ ਤਾਂ ਉਸ ਵੇਲੇ ਵੀ ਇਸ ਗੱਲ ਦਾ ਬੜਾ ਆਲੋਚਨਾ ਹੋਈ ਸੀ ਕਿ 1000 ਰੁਪਏ ਦਾ ਨੋਟ ਬੰਦ ਕੀਤਾ, 500 ਦਾ ਨੋਟ ਬੰਦ ਕੀਤਾ ਕਿ ਜ਼ਿਆਦਾ ਜਿਹੜੀ ਬਲੈਕ ਮਨੀ ਇਹਨਾਂ ਨੋਟਾਂ 'ਚ ਜਮ੍ਹਾਂ ਕੀਤੀ ਜਾਂਦੀ ਹੈ ਤੇ ਉਹਦੀ ਜਗ੍ਹਾ ਤੇ 2000 ਨੋਟ ਚਾਲੂ ਕਰਨ ਦੀ ਕੀ ਤੁੱਕ ਸੀ। ਪਰ ਰਿਜ਼ਰਵ ਬੈਂਕ ਦੀ ਕੋਈ ਨੀਤੀ ਸੀ, ਉਹਨਾਂ ਨੇ ਸ਼ੁਰੂ ਕਰ ਦਿੱਤਾ। ਵੱਡੇ ਵਪਾਰੀ ਨੇ ਜੀ ਜਾਂ ਇੰਡਸਟਰੀਅਲਿਸਟ ਨੇ ਉਹ ਕੀ ਕਰਦੇ ਨੇ ਕਿ ਕੁਝ ਪੈਸੇ ਅਕਾਊਂਟ 'ਚ ਲਿਆਉਣ ਦੀ ਬਜਾਏ ਜਾਂ ਬੈਂਕ 'ਚ ਜਮ੍ਹਾਂ ਕਰਾਉਣ ਦੀ ਬਜਾਏ ਉਹ ਆਪਣੇ ਕੋਲ ਘਰ 'ਚ ਜਮ੍ਹਾਂ ਕਰ ਲੈਂਦੇ ਨੇ ਜੀ। ਜਿਹੜੇ ਪੈਸੇ ਟੈਕਸ ਤੋਂ ਬਚ ਜਾਂਦੇ ਨੇ ਉਹਨਾਂ ਨੂੰ, ਜਿਹੜੇ ਪੈਸੇ ਬੈਂਕ 'ਚ ਜਮ੍ਹਾਂ ਹੋ ਜਾਂਦੇ ਨੇ ਉਹ ਅਕਾਊਂਟ 'ਚ ਆ ਜਾਂਦੇ ਆ ਜੀ। ਉਹਨਾਂ ਦੇ ਟੈਕਸ ਵੀ ਲੱਗਦਾ, ਪਰ ਜਿਹੜੇ ਪੈਸੇ ਬੈਂਕ 'ਚ ਨਹੀਂ ਆਉਂਦੇ ਉਹਨਾਂ 'ਤੇ ਕੋਈ ਟੈਕਸ ਨਹੀਂ ਲੱਗਦਾ, ਉਹ ਘਰ 'ਚ ਰੱਖ ਲੈਂਦੇ ਨੇ। ਬਲੈਕ ਮਨੀ ਮੇਰੇ ਤੁਹਾਡੇ ਵਰਗੇ ਬੰਦੇ ਕੋਲ ਨਹੀਂ ਹੈਗੀ ਜਾਂ ਆਮ ਆਦਮੀ ਕੋਲ ਨਹੀਂ ਹੈਗੀ ਜੀ। ਇੰਡੀਆ ਦੇ 99% ਤੇ ਨਹੀਂ ਤੇ ਘੱਟੋ ਘੱਟ 97% ਬੰਦੇ ਬਲੈਕ ਮਨੀ ਜਮ੍ਹਾਂ ਹੀ ਨਹੀਂ ਕਰ ਸਕਦੇ। ਤਾਂ ਉਸ ਤੋਂ ਬਾਅਦ ਦੇ ਵਿੱਚ ਇੰਨੀ ਕਰੰਸੀ ਜਿਹੜੀ ਆ ਉਹ ਹੋਰ ਛਾਪੀ ਜਾਏਗੀ 500 ਦੇ ਨੋਟਾਂ 'ਚ ਜਾਂ ਦੂਸਰਿਆਂ ਦੇ ਵਿੱਚ, ਜਾਂ ਇਹਨੂੰ ਕਿਵੇਂ ਪੂਰਾ ਕੀਤਾ ਜਾਂਦਾ? ਫਿਰ ਕਰੰਸੀ ਦਾ ਮਤਲਬ ਇਹ ਹੁੰਦਾ ਹੈ ਕਿ ਮੀਡੀਅਮ ਆਫ ਐਕਸਚੇਂਜ ਆ, ਇਹ ਵਟਾਂਦਰੇ ਦਾ ਸਾਧਨ ਆ। ਇਹਦੇ ਨਾਲ ਤੁਸੀਂ ਚੀਜ਼ਾਂ ਖਰੀਦ ਸਕਦੇ ਹੋ, ਵੇਚ ਸਕਦੇ ਹੋ। ਇਹ ਵਟਾਂਦਰੇ ਦਾ ਸਾਧਨ ਆ ਜਿਹਦੇ ਨਾਲ ਕਨਵੀਨੀਅੰਟਲੀ ਜਿਹੜੀ ਲੋਕੀ ਨੇ ਸਾਡੇ ਦੇਸ਼ ਦੇ ਉਹਨਾਂ ਨੂੰ ਕੋਈ ਮੁਸ਼ਕਿਲ ਨਾ ਆਏ। ਉਹ ਇੰਨੀ ਕੁ ਲਿਕੁਇਡਿਟੀ, ਇੰਨੀ ਕੁ ਤਰਲਤਾ ਜਿਹੜੀ ਕੈਸ਼ ਦੀ ਉਹ ਚੱਲਦੀ ਰਹਿਣੀ ਚਾਹੀਦੀ ਆ। ਜੇ ਰਿਜ਼ਰਵ ਬੈਂਕ ਇਹ ਮਹਿਸੂਸ ਕਰੇਗਾ ਕਿ ਇਹਨੇ ਨੋਟ ਛਾਪਣੇ ਚਾਹੀਦੇ ਨੇ ਤੇ ਉਹਨਾਂ ਨੂੰ ਛਾਪਣ ਦੀ ਕੋਈ ਮੁਸ਼ਕਿਲ ਨਹੀਂ, ਇਹ ਤੋਂ ਵੱਧ ਵੀ ਛਾਪੇ ਜਾ ਸਕਦੇ ਨੇ। ਇਹਦੀ ਕੋਈ ਇੱਦਾਂ ਦੀ ਕੋਈ ਕੰਡੀਸ਼ਨ ਹੈ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ 2000 ਦਾ ਨੋਟ ਜਿਹੜਾ ਪਿਛਲੇ ਦਿਨੀ ਬੰਦ ਕੀਤਾ ਗਿਆ ਆ ਤੇ ਜਦੋਂ ਤੋਂ ਉਹ ਨੋਟ ਬੰਦ ਕੀਤਾ ਆ ਉਦੋਂ ਤੋਂ ਲੋਕ ਉਸ ਨੋਟ ਨੂੰ ਜਿਹੜਾ ਆ ਉਹ, ਚਾਹੇ ਕਿ ਸਰਕਾਰ ਨੇ ਕਿਹਾ ਕਿ ਅਜੇ ਸਤੰਬਰ ਤੱਕ ਜਿਹੜਾ ਆ ਉਹ ਚੱਲੇਗਾ, ਪਰ ਉਸ ਨੂੰ ਲੈ ਕੇ ਲੋਕ ਜਿਹੜੇ ਆ ਉਹ ਸ਼ੰਕਾ ਦੇ ਵਿੱਚ ਹੈਗੇ ਨੇ। ਜੇ ਕੋਈ 2000 ਦਾ ਨੋਟ ਕਿਸੇ ਨੂੰ ਦੇ ਦਿੰਦਾ ਤਾਂ ਉਹ ਲੈਣ ਤੋਂ ਇਨਕਾਰ ਕਰ ਰਿਹਾ ਆ ਤੇ ਇਸ ਨੋਟ ਨੂੰ ਬੰਦ ਕਰਨ ਦਾ ਕੀ ਤਰਕ ਸਰਕਾਰ ਦਾ ਜਿਹੜਾ ਆ ਉਹ ਹੈਗਾ ਆ, ਇਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਉੱਘੇ ਅਰਥ ਸ਼ਾਸਤਰੀ ਤੇ ਨਾਲ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਡੀਨ ਦੇ ਤੌਰ ਦੇ ਉੱਤੇ ਐਗਰੀਕਲਚਰ ਡਿਪਾਰਟਮੈਂਟ ਤੋਂ ਰਿਟਾਇਰ ਹੋਏ ਡਾਕਟਰ ਸਰਬਜੀਤ ਸਿੰਘ ਸ਼ੀਨਾ ਹੋਰਾਂ ਦੇ ਨਾਲ, ਜਿਨ੍ਹਾਂ ਦਾ ਪਿਛਲੇ ਦਿਨੀ ਇਸ ਨੋਟ ਦੇ ਬੰਦ ਹੋਣ ਦੇ ਉੱਤੇ ਇੱਕ ਆਰਟੀਕਲ ਵੀ ਜਿਹੜਾ ਅਖਬਾਰਾਂ ਦੇ ਵਿੱਚ ਛਪਿਆ ਆ। ਆਓ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਨੋਟਬੰਦੀ ਜਿਹੜੀ ਆ ਇਹ ਕੀ ਹੁੰਦੀ ਆ ਤੇ ਕਿਉਂ ਕਰਨੀ ਪੈਂਦੀ ਆ? ਦੇਖੋ, ਸਾਰੀ ਦੁਨੀਆ 'ਚ ਬਹੁਤ ਸਾਰੇ ਦੇਸ਼ਾਂ 'ਚ ਕਈ ਵਾਰੀ ਨੋਟਬੰਦੀ ਕਰਨੀ ਪੈਂਦੀ, ਉਹਦੇ ਕਈ ਕਾਰਨ ਹੁੰਦੇ ਆ ਜੀ। ਇੰਡੀਆ 'ਚ ਵੀ 2-3 ਵਾਰੀ ਨੋਟਬੰਦੀ ਕੀਤੀ ਗਈ। ਇਹ ਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ ਕਿ ਨਵੰਬਰ 2016 'ਚ ਜੀ ਸਾਰੇ ਇੰਡੀਆ 'ਚ ਨੋਟਬੰਦੀ ਕੀਤੀ ਗਈ ਸੀ, ਜਿਹਦੇ 'ਚ 500 ਤੇ 1000 ਰੁਪਏ ਦੇ ਵੱਡੇ ਨੋਟ ਹੁੰਦੇ ਸੀ, ਦੋਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਜੀ ਜੀ। ਨੋਟਬੰਦੀ ਇਸ ਕਰਕੇ ਕਰਨੀ ਪੈਂਦੀ ਹੈ ਵੀ ਕਈ ਵਾਰੀ ਨਾ ਮਹਿਸੂਸ ਕੀਤਾ ਜਾਂਦਾ ਹੈ ਕਿ ਜਿਹੜੇ कैपिटलिस्ट देश ने जी जिवें इंडिया है जी इन्हां देशां 'च कई वारी ये शंका हो जाती है कि जिहड़ी ब्लैक मनी आ
ਉਹ ਬਹੁਤ ਸਾਰੀ ਵੱਧ ਗਈ ਆ ਤੇ ਬਲੈਕ ਮਨੀ ਜਿਹੜੀ ਉਹ ਸਰਕੂਲੇਸ਼ਨ 'ਚ ਨਹੀਂ ਆ ਰਹੀ। ਅੱਛਾ ਜੀ। ਜਿਹੜੀ ਮਨੀ ਸਰਕੂਲੇਸ਼ਨ 'ਚ ਨਹੀਂ ਆਉਂਦੀ ਉਹ ਇਕਾਨਮੀ 'ਚੋਂ ਨਿਕਲ ਜਾਂਦੀ ਹੈ। ਅੱਛਾ ਜੀ। ਤੇ ਉਸ ਵੇਲੇ ਫਿਰ ਲੋੜ ਪੈ ਜਾਂਦੀ ਆ ਕਿ ਜਿਹੜੇ ਨੋਟਬੰਦੀ ਕਰਕੇ ਜਿਹੜੇ ਉਹ ਨੋਟ ਜਿਹੜੇ ਲੋਕਾਂ ਨੇ ਜਮ੍ਹਾਂ ਕਰ ਲਏ ਨੇ ਉਹਨਾਂ ਨੂੰ ਬੰਦ ਹੀ ਕਰ ਦਿੱਤਾ ਜਾਏ। ਅੱਛਾ ਜੀ। ਤੁਹਾਨੂੰ ਯਾਦ ਹੋਏਗਾ ਕਿ ਨਵੰਬਰ 2016 'ਚ ਇੱਕਦਮ ਇੱਕ ਰਾਤ ਬੰਦ ਕਰ ਦਿੱਤੇ ਸੀ ਕਿ 1000 ਰੁਪਏ ਦਾ ਤੇ 500 ਦਾ ਨੋਟ ਸਵੇਰ ਤੋਂ ਨਹੀਂ ਚੱਲੇਗਾ। ਬਿਲਕੁਲ 2016 ਦੇ ਵਿੱਚ ਬੜੀ ਮੁਸ਼ਕਿਲ ਵੀ ਆਈ ਸੀ ਲੋਕਾਂ ਨੂੰ। ਸੋ ਇੱਦਾਂ ਇਸ ਕਰਕੇ ਨੋਟਬੰਦੀ ਜਿਹੜੀ ਹੈ ਉਹਦੇ 'ਚ ਮੇਨ ਰੀਜ਼ਨ ਹੁੰਦਾ ਬਲੈਕ ਮਨੀ ਨੂੰ ਬੰਦ ਕਰਾਉਣਾ। ਅੱਛਾ ਜੀ। ਤੇ ਡਾਕਟਰ ਸਾਹਿਬ ਇਹਦੇ ਵਿੱਚ ਜਿਹੜੇ ਜਿਨ੍ਹਾਂ ਨੇ ਤੇ ਬਲੈਕ ਮਨੀ ਰੱਖੀ ਆ ਉਹਨਾਂ ਦੇ ਉੱਤੇ ਤਾਂ ਸ਼ਿਕੰਜਾ ਕੱਸਿਆ ਹੀ ਜਾਂਦਾ, ਪਰ ਆਮ ਲੋਕ ਬੜੇ ਪਿਸਦੇ ਇਹਦੇ ਵਿੱਚ। ਦੇਖੋ ਮਹਿਸੂਸ ਇਹ ਕੀਤਾ ਜਾਂਦਾ ਤੇ ਸੱਚਾਈ ਵੀ ਆ ਕਿ ਜਿਹੜੇ ਬਲੈਕ ਮਨੀ ਆ ਨਾ, ਕਾਲਾ ਧਨ ਆ, ਉਹ ਆਮ ਤੌਰ 'ਤੇ ਵੱਡੇ ਨੋਟਾਂ 'ਚ ਰੱਖਣਾ ਸੌਖਾ ਹੁੰਦਾ। ਫਰਜ਼ ਕਰੋ 100 ਰੁਪਏ ਦੇ ਨੋਟ ਜਮ੍ਹਾਂ ਕਰਕੇ ਰੱਖੇ ਨੇ ਤੇ 100 ਰੁਪਏ ਦੇ ਨੋਟ ਫਿਰ ਉਹਨੂੰ 20 ਕਰਨੇ ਪੈਣਗੇ 2000 ਦੇ ਨੋਟ ਦੇ ਬਜਾਏ। ਤੇ ਜੇ 2000 ਦਾ ਨੋਟ ਆ ਉਹ ਥੋੜ੍ਹੇ ਨੋਟਾਂ 'ਚ ਜਿਹੜੇ ਨੇ ਬਹੁਤ ਸਾਰੀ ਪਾਸੇ ਨੇ ਜਮ੍ਹਾਂ ਕੀਤੇ ਜਾ ਸਕਦੇ ਨੇ ਜੀ। ਇਹੋ ਵਜ੍ਹਾ ਸੀ ਕਿ 16 'ਚ ਨੋਟਬੰਦੀ ਹੋਈ, ਉਹਦੇ 'ਚ 500 ਤੇ 1000 ਦਾ ਹੀ ਨੋਟ ਬੰਦ ਕੀਤਾ ਗਿਆ ਸੀ। ਉਹਨੂੰ ਪਹਿਲਾਂ ਵੀ ਹੋਈ ਸੀ, ਮੈਨੂੰ ਐਗਜ਼ੈਕਟ ਈਅਰ ਤੇ ਯਾਦ ਨਹੀਂ, ਪਰ ਮੇਰੇ ਖਿਆਲ 70 ਤੋਂ 80 ਦੇ ਵਿੱਚ ਸੀ ਕਿਸੇ ਵਕਤ। ਉਸ ਵੇਲੇ ਵੀ ਨੋਟਬੰਦੀ ਕੀਤੀ ਗਈ ਸੀ, ਉਸ ਵੇਲੇ ਵੀ ਵੱਡੇ ਨੋਟ ਹੀ ਬੰਦ ਕੀਤੇ ਗਏ। ਦਰਅਸਲ ਜਿਹੜੀ 2016 ਦੇ ਵਿੱਚ ਨੋਟਬੰਦੀ ਹੋਈ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਇੰਨਾ ਵੱਡਾ ਨੋਟ ਜਿਹੜਾ ਆ ਉਹ ਕਿਉਂ ਜਾਰੀ ਕੀਤਾ ਗਿਆ? ਕਿਉਂਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਕਿ ਬਲੈਕ ਮਨੀ ਜਿਹੜੀ ਉਸ ਨੂੰ ਰੋਕਣ ਵਾਸਤੇ ਅਸੀਂ ਨੋਟਬੰਦੀ ਕਰ ਰਹੇ ਹਾਂ, ਤੇ 1000 ਤੋਂ ਵੀ ਵੱਡਾ ਨੋਟ ਜਿਹੜਾ ਸ਼ੁਰੂ ਕਰਤਾ। ਇਹ ਪਹਿਲਾਂ ਤਾਂ ਕਿਤੇ ਨਹੀਂ ਸੀ ਹੈਗਾ ਕਿ ਹੈਗਾ ਸੀ ਪਹਿਲਾਂ ਵੀ ਕਿਤੇ? ਸਭ ਤੋਂ ਪਹਿਲੀ ਵਾਰੀ 2000 ਦਾ ਨੋਟ ਸ਼ੁਰੂ ਹੋਈ 2016 ਚ ਹੋਇਆ ਜੀ। ਉਦੋਂ ਪਹਿਲਾਂ ਸਭ ਤੋਂ ਵੱਡਾ ਨੋਟ 1000 ਰੁਪਏ ਦਾ ਹੀ ਹੁੰਦਾ ਸੀ। 2000 ਨੋਟ ਜਦੋਂ ਸ਼ੁਰੂ ਕੀਤਾ ਗਿਆ ਤਾਂ ਉਸ ਵੇਲੇ ਵੀ ਇਸ ਗੱਲ ਦਾ ਬੜਾ ਆਲੋਚਨਾ ਹੋਈ ਸੀ ਕਿ 1000 ਰੁਪਏ ਦਾ ਨੋਟ ਬੰਦ ਕੀਤਾ, 500 ਦਾ ਨੋਟ ਬੰਦ ਕੀਤਾ ਕਿ ਜ਼ਿਆਦਾ ਜਿਹੜੀ ਬਲੈਕ ਮਨੀ ਇਹਨਾਂ ਨੋਟਾਂ ਜਮ੍ਹਾਂ ਕੀਤੀ ਜਾਂਦੀ ਹੈ, ਤੇ ਉਹਦੀ ਜਗ੍ਹਾ ਤੇ 2000 ਨੋਟ ਚਾਲੂ ਕਰਨ ਦੀ ਕੀ ਤੁੱਕ ਸੀ। ਪਰ ਰਿਜ਼ਰਵ ਬੈਂਕ ਦੀ ਕੋਈ ਨੀਤੀ ਸੀ, ਉਹਨਾਂ ਨੇ ਸ਼ੁਰੂ ਕਰ ਦਿੱਤਾ। ਤੇ ਮੈਂ ਇੱਕ ਦਿਨ ਅੰਕੜੇ ਪੜ੍ਹ ਰਿਹਾ ਸੀ ਇਹਦੇ ਕਿ ਉਸ ਵੇਲੇ 2000 ਦੇ ਨੋਟ ਜਿਹੜੇ 6,73,000 ਕਰੋੜ ਰੁਪਏ ਦੇ ਮੁੱਲ ਦੇ ਨੋਟ ਜਿਹੜੇ ਆ 2000 ਦੇ ਸ਼ੁਰੂ ਕੀਤੇ ਸੀ ਜੀ। ਇੱਕ ਨੋਟ ਜਿਹੜਾ ਨਾ ਉਹਦੀ ਵੈਲਿਊ ਆਮ ਤੌਰ 'ਤੇ ਕਾਗਜ਼ ਦਾ ਜਿਹੜਾ ਨੋਟ ਹੈ ਗਿਣੀ ਜਾਂਦੀ ਕਿ 4-5 ਸਾਲ ਬਾਅਦ ਉਹ ਖਤਮ ਹੋ ਜਾਂਦਾ। ਅੱਛਾ ਜੀ। ਇਸ ਨਾਤੇ ਜੋ ਗੌਰਮੈਂਟ ਦੀਆਂ ਫਿਗਰ ਨੇ, ਰਿਜ਼ਰਵ ਬੈਂਕ ਦੀਆਂ ਫਿਗਰ ਨੇ, ਉਹਦੇ ਮੁਤਾਬਕ ਇਸ ਵੇਲੇ 3.6 ਲੱਖ ਕਰੋੜ ਰੁਪਏ ਦੇ ਨੋਟ ਜਿਹੜੇ ਨੇ 2000 ਦੇ ਹੈਗੇ ਨੇ ਜਿਹੜੇ ਇਸ਼ੂ ਹੋਏ ਨੇ। ਤੇ ਉਹ ਨੋਟ ਜਦੋਂ ਇਸ ਨੋਟਬੰਦੀ ਦੇ ਨਾਲ ਹੁਣ ਉਹਨਾਂ ਨੇ ਕਿਹਾ ਕਿ 30 ਸਤੰਬਰ ਤੱਕ ਤੁਸੀਂ 2000 ਦੇ ਨੋਟ ਜਮ੍ਹਾਂ ਵੀ ਕਰਾ ਸਕਦੇ ਹੋ ਬੈਂਕ 'ਚ, ਕੋਈ ਉਦੋਂ ਤੱਕ ਕੋਈ ਬਲੈਕ ਮਨੀ ਨਹੀਂ। ਇਹਨਾਂ ਨੂੰ ਤੁਸੀਂ ਵਟਾ ਵੀ ਸਕਦੇ ਹੋ ਜੇ ਲੋੜ ਹੋਏ ਤੇ ਤੁਸੀਂ ਵਟਾ ਲਓ ਬੈਂਕ 'ਚ ਜਾ ਕੇ। ਇਸ ਕਰਕੇ ਜਿਹੜੇ ਇਹ ਮਤਲਬ ਮਹਿਸੂਸ ਕੀਤਾ ਜਾਂਦਾ ਹੈ ਕਿ 30 ਸਤੰਬਰ ਤੱਕ ਸਾਰੇ ਦੇ ਸਾਰੇ 2000 ਦੇ ਨੋਟ ਜਿਹੜੇ ਨੇ ਉਹ ਬੈਂਕਾਂ 'ਚ ਜਮ੍ਹਾਂ ਹੋ ਜਾਣਗੇ। ਡਾਕਟਰ ਸਾਹਿਬ, ਜਿਵੇਂ ਆਮ ਤੌਰ ਦੇ ਉੱਤੇ ਵੱਡੇ ਨੋਟ ਬੰਦ ਕੀਤੇ ਜਾਂਦੇ ਆ, ਛੋਟੇ ਨੋਟ ਨਹੀਂ ਬੰਦ ਕੀਤੇ ਜਾਂਦੇ? ਹਾਂ, ਵੱਡੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ, ਕਿਉਂਕਿ ਜਿਹੜੀ ਬਲੈਕ ਮਨੀ ਕੀ ਹੁੰਦੀ ਹੈ? ਬਲੈਕ ਮਨੀ ਉਹ ਅਮਾਊਂਟ ਆ ਮਨੀ ਦਾ ਜਿਹਦਾ ਕੋਈ ਅਕਾਊਂਟ ਨਹੀਂ ਹੈਗਾ। ਦੇਖੋ ਬਲੈਕ, ਜਿਸ ਤਰ੍ਹਾਂ ਤੁਸੀਂ ਪਹਿਲਾਂ ਮੈਨੂੰ ਇਹ ਗੱਲ ਪੁੱਛੀ ਹੈ ਕਿ ਆਮ ਲੋਕ ਵੀ ਇਹਦੇ ਨਾਲ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਜੀ। ਆਮ ਲੋਕਾਂ ਕੋਲ ਪਹਿਲੀ ਗੱਲ ਦੇ ਨੋਟ 2000 ਦੇ ਹੈ ਹੀ ਨਹੀਂ, ਇੰਨੇ ਜ਼ਿਆਦਾ ਹੈਗੇ। 2000 ਦੇ ਨੋਟ ਤੁਸੀਂ ਵੇਖਿਆ ਬਹੁਤ ਘੱਟ ਵਰਤੋਂ 'ਚ ਆਉਂਦੇ ਨੇ। ਦੂਜੀ ਗੱਲ ਇਹ ਹੈ ਕਿ ਜਿਹੜੇ ਬਹੁਤ ਵੱਡੇ ਵਪਾਰੀ ਨੇ ਜੀ ਜਾਂ ਇੰਡਸਟਰੀਅਲਿਸਟ ਨੇ, ਉਹ ਕੀ ਕਰਦੇ ਨੇ ਕਿ ਕੁਝ ਪੈਸੇ ਅਕਾਊਂਟ 'ਚ ਲਿਆਉਣ ਦੀ ਬਜਾਏ ਜਾਂ ਬੈਂਕ 'ਚ ਜਮ੍ਹਾਂ ਕਰਾਉਣ ਦੀ ਬਜਾਏ ਉਹ ਆਪਣੇ ਕੋਲ ਘਰ 'ਚ ਜਮ੍ਹਾਂ ਕਰ ਲੈਂਦੇ ਨੇ ਜੀ। ਜਿਹੜੇ ਪੈਸੇ ਟੈਕਸ ਤੋਂ ਬਚ ਜਾਂਦੇ ਨੇ ਉਹਨਾਂ ਨੂੰ, ਜਿਹੜੇ ਪੈਸੇ ਬੈਂਕ 'ਚ ਜਮ੍ਹਾਂ ਹੋ ਜਾਂਦੇ ਨੇ ਉਹ ਅਕਾਊਂਟ 'ਚ ਆ ਜਾਂਦੇ ਆ ਜੀ, ਉਹਨਾਂ ਦੇ ਟੈਕਸ ਵੀ ਲੱਗਦਾ। ਪਰ ਜਿਹੜੇ ਪੈਸੇ ਬੈਂਕ 'ਚ ਨਹੀਂ ਆਉਂਦੇ ਉਹਨਾਂ 'ਤੇ ਕੋਈ ਟੈਕਸ ਨਹੀਂ ਲੱਗਦਾ, ਉਹ ਘਰ 'ਚ ਰੱਖ ਲੈਂਦੇ ਨੇ। ਬਲੈਕ ਮਨੀ ਮੇਰੇ ਤੁਹਾਡੇ ਵਰਗੇ ਬੰਦਿਆਂ ਕੋਲ ਨਹੀਂ ਹੈਗੀ ਜਾਂ ਆਮ ਆਦਮੀ ਕੋਲ ਨਹੀਂ ਹੈਗੀ ਜੀ। ਇੰਡੀਆ ਦੇ 99% ਤੇ ਨਹੀਂ ਤੇ ਘੱਟੋ ਘੱਟ 97% ਬੰਦੇ ਬਲੈਕ ਮਨੀ ਜਮ੍ਹਾਂ ਹੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਆਪਣੇ ਘਰ ਦੀਆਂ ਲੋੜਾਂ ਮਹਾਂ ਪੂਰੀਆਂ ਹੁੰਦੀਆਂ ਆਪਣੀ ਆਮਦਨ ਤੋਂ। ਬਿਲਕੁਲ। ਇਹ ਮਨੀ ਉਹ ਮਨੀ ਆ ਜਿਹੜੀ ਟੈਕਸ ਤੋਂ ਬਚਾ ਕੇ ਲੋਕੀ ਰੱਖਦੇ ਨੇ, ਜਾਂ ਉਹ ਮਨੀ ਆ ਜਿਹੜੀ ਕਿਸੇ ਅਕਾਊਂਟ 'ਚ ਨਹੀਂ ਆਉਂਦੀ, ਕਰਪਸ਼ਨ ਕਰਕੇ ਜਮ੍ਹਾਂ ਕੀਤੀ ਜਾਂਦੀ ਆ। ਤੇ ਇਸ ਕਰਕੇ ਇਹਨੂੰ ਵੱਡੇ ਨੋਟਾਂ 'ਚ ਸੰਭਾਲਣਾ ਸੌਖਾ ਹੋ ਜਾਂਦਾ। ਇਸ ਕਰਕੇ ਮਹਿਸੂਸ ਕੀਤਾ ਜਾਂਦਾ
ਕਿ ਵੱਡੇ ਨੋਟ ਜਿਹੜੇ ਆ ਉਹਨਾਂ ਨੂੰ ਬੰਦ ਕੀਤਿਆਂ, ਬਲੈਕ ਮਨੀ ਆਊਟ ਆ ਜਾਊ, ਜਿਹੜੀ ਬਾਹਰ ਆ ਜਾਊ। ਜੀ ਜੀ ਡਾਕਟਰ ਸਾਹਿਬ, ਅੱਜ ਕੱਲ੍ਹ ਜੇਕਰ ਦੇਖੀਏ, ਜਿਵੇਂ ਅਸੀਂ ਆਮ ਲੋਕਾਂ ਦੀ ਗੱਲ ਕਰਦੇ, ਜੇ ਕਿਸੇ ਕੋਲ ਇੱਕ ਵੀ 2000 ਦਾ ਨੋਟ ਹੈਗਾ ਜਾਂ ਦੋ ਹੈਗੇ ਨੇ, ਤਾਂ ਅੱਜ ਕੱਲ੍ਹ ਦੁਕਾਨਦਾਰ ਜਾਂ ਕੋਈ ਚੀਜ਼ ਲੈਣ ਜਾਓ ਤਾਂ ਉਹ ਕਹਿੰਦਾ ਨਹੀਂ ਜੀ ਨੋਟ 2000 ਦਾ ਇਹ ਨਹੀਂ ਲੈਣਾ। ਇਹ ਇੱਕ ਬੜਾ ਡਰ ਜਿਹਾ ਟ੍ਰੈਂਡ ਹੈਗਾ ਜੀ। ਮਤਲਬ ਖਤਰਾ ਤਾਂ ਕੋਈ ਨਹੀਂ, 30 ਸਤੰਬਰ ਤੱਕ ਉਹ ਬੈਂਕ 'ਚ ਵੀ ਜਾ, ਪਰ ਅਗਲਾ ਕਹਿੰਦਾ ਮੈਂ ਹੁਣ ਬੈਂਕ 'ਚ ਜਾ ਕੇ ਜਾਵਾਂ, ਕਿਉਂ ਮਟਾਉਂਦਾ ਫਿਰਾਂ, ਤੇ ਮੇਰਾ ਟਾਈਮ ਵੇਸਟ ਹੋਏਗਾ। ਬੈਂਕ ਵਾਲੇ ਕਹਿਣਗੇ ਜੀ ਆਧਾਰ ਕਾਰਡ ਲਿਆਓ। ਹਾਂ, ਜਿਨ੍ਹਾਂ ਲੋਕਾਂ ਦੇ ਬੈਂਕ 'ਚ ਅਕਾਊਂਟ ਨੇ ਉਹ ਬੜੇ ਆਰਾਮ ਨਾਲ ਜਮ੍ਹਾਂ ਕਰਾ ਸਕਦੇ ਨੇ, ਇਹਦੀ ਕੋਈ ਮੁਸ਼ਕਿਲ ਹੀ ਨਹੀਂ ਹੈਗੀ। ਭਾਵੇਂ ਜਿੰਨੇ ਮਰਜ਼ੀ ਲੈ ਜਾਣੇ, ਉਹਨਾਂ ਨੇ ਕਿਹਾ ਕਿ ਇੰਨੇ ਪੈਸੇ ਤੁਸੀਂ ਇੱਕ ਟਾਈਮ ਦੇ ਉੱਤੇ ਜਾ ਕੇ ਜਮ੍ਹਾਂ ਕਰਾ ਸਕਦੇ ਹੋ, ਸ਼ਾਇਦ 20,000 ਰੁਪਇਆ ਇੱਕ ਟਾਈਮ 'ਤੇ ਜਮ੍ਹਾਂ ਕਰਾ ਸਕਦੇ ਹੋ ਤੁਸੀਂ, ਕੋਈ ਜਾ ਕੇ ਜਮ੍ਹਾਂ ਕਰਾ ਦੇਣ, ਕੋਈ ਮੁਸ਼ਕਿਲ ਨਹੀਂ। ਪਰ ਜਿਹੜੇ ਲੋਕ ਨਹੀਂ ਲੈਂਦੇ ਉਹ ਇਹ ਮਹਿਸੂਸ ਕਰਦੇ ਨੇ ਕਿ ਕੋਈ ਨੋਟ ਕਿਉਂਕਿ ਕੁਝ 2 ਮਹੀਨੇ ਤੋਂ ਬਾਅਦ ਚੱਲਣਾ ਨਹੀਂ, 2-3 ਮਹੀਨੇ ਤੋਂ ਬਾਅਦ ਚੱਲਣਾ ਨਹੀਂ। ਇਸ ਕਰਕੇ ਅਸੀਂ ਇਸ ਪਰੇਸ਼ਾਨੀ 'ਚ ਕਿਉਂ ਪਈਏ ਕਿ ਅਸੀਂ ਬੈਂਕ 'ਚ ਜਾਈਏ, ਨੋਟ ਵਟਾਈਏ, ਜਾਂ ਮੇਰੇ ਕੋਲੋਂ ਕੋਈ ਅਗਲਾ ਬੰਦਾ ਲਏਗਾ ਨਹੀਂ। ਸ਼ੱਕ ਦੇ ਘੇਰੇ 'ਚ ਨਾ ਆ ਜਾਈਏ ਕਿਤੇ, ਕਈ ਵਾਰ ਇਹ ਵੀ ਹੁੰਦਾ ਨਹੀਂ, ਸ਼ੱਕ ਦੇ ਘੇਰੇ 'ਚ ਆਉਣ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਜੀ। ਪਰ ਆਮ ਲੋਕਾਂ ਦਾ ਇਹ ਹੈਗਾ ਨਾ ਵਹਿਮ ਕਿ ਜੇ ਮੈਨੂੰ ਕੋਈ 10 ਨੋਟ ਵੀ ਦੇ ਗਿਆ, ਨਹੀਂ, ਇਦਾਂ ਦੀ ਕੋਈ ਗੱਲ ਹੀ ਨਹੀਂ ਹੈਗੀ। ਕਿਉਂਕਿ ਨੋਟ ਨੂੰ ਤੁਸੀਂ ਬੜੇ ਆਰਾਮ ਨਾਲ 30 ਸਤੰਬਰ ਤੱਕ ਤੇ ਉਹ ਲੀਗਲ ਵੈਲਿਡ ਤੁਹਾਡੀ ਕਰੰਸੀ ਆ, ਤੁਸੀਂ ਉਹਨੂੰ ਜਾ ਕੇ ਆਪਣੇ ਬੈਂਕ ਜਮ੍ਹਾਂ ਕਰਾ ਲਓ। ਪਰ ਜਿਹੜੇ ਲੋਕ ਅਵਾਇਡ ਕਰਦੇ ਨੇ, ਇਸ ਕਰਕੇ ਅਵਾਇਡ ਕਰਦੇ ਨੇ ਵੀ ਸ਼ਾਇਦ ਮੇਰੇ ਕੋਲ ਕੋਈ ਹੋਰ ਬੰਦਾ ਨਾ ਲਏਗਾ ਤੇ ਮੈਂ ਇਹਦੇ ਕੋਲੋਂ ਕਿਉਂ ਲਵਾਂ, ਪਹਿਲੋਂ ਇਹ ਲਵਾਂ ਹੀ ਨਾ। ਦੂਜੀ ਗੱਲ, ਜੇ ਫਟ ਕੋਲ ਮੇਰੇ ਕੋਲ ਰਹਿ ਵੀ ਜਾਂਦਾ ਤੇ ਮੈਂ ਐਵੇਂ ਬੈਂਕ 'ਚ ਕਿਤੇ ਲਾਈਨ ਹੀ ਨਾ ਲੱਗੀ ਹੋਏ, ਮੈਂ ਜਾ ਕੇ ਖਲੋ ਜਾ ਤੇ ਕਿੰਨਾ ਚਿਰ ਟਾਈਮ ਵੇਸਟ ਕਰਾਂ, ਇਸ ਕਰਕੇ ਨਹੀਂ ਲੋਕੀ ਲੈ ਰਹੇ। ਡਾਕਟਰ ਸਾਹਿਬ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਕਰੰਸੀ ਦੇ ਵਿੱਚ 2000 ਦੇ ਨੋਟ ਜਿਹੜੇ ਆ ਵੱਡੀ ਮਾਤਰਾ ਦੇ ਵਿੱਚ ਹੈਗੇ ਆ, ਫਿਰ ਜਦੋਂ ਇਹ ਨੋਟ ਸਰਕਾਰ ਵਿਡਰਾ ਕਰ ਲੇਗੀ ਤਾਂ ਉਸ ਤੋਂ ਬਾਅਦ ਦੇ ਵਿੱਚ ਇੰਨੀ ਕਰੰਸੀ ਜਿਹੜੀ ਆ ਉਹ ਹੋਰ ਛਾਪੀ ਜਾਏਗੀ 500 ਦੇ ਨੋਟਾਂ 'ਚ ਜਾਂ ਦੂਸਰਿਆਂ ਦੇ ਵਿੱਚ, ਜਾਂ ਉਹਨੂੰ ਕਿਵੇਂ ਪੂਰਾ ਕੀਤਾ ਜਾਂਦਾ? ਫਿਰ ਕਰੰਸੀ ਦਾ ਮਤਲਬ ਇਹ ਹੁੰਦਾ ਕਿ ਮੀਡੀਅਮ ਆਫ ਐਕਸਚੇਂਜ ਆ, ਇਹ ਵਟਾਂਦਰੇ ਦਾ ਸਾਧਨ ਆ, ਇਹਦੇ ਨਾਲ ਤੁਸੀਂ ਚੀਜ਼ਾਂ ਖਰੀਦ ਸਕਦੇ ਹੋ, ਵੇਚ ਸਕਦੇ ਹੋ। ਇਹ ਵਟਾਂਦਰੇ ਦਾ ਸਾਧਨ ਆ ਜਿਹਦੇ ਨਾਲ ਕਨਵੀਨੀਅੰਟਲੀ ਜਿਹੜੀ ਲੋਕੀ ਨੇ ਸਾਡੇ ਦੇਸ਼ ਦੇ, ਉਹਨਾਂ ਨੂੰ ਕੋਈ ਮੁਸ਼ਕਿਲ ਨਾ ਆਏ। ਉਹ ਇੰਨੀ ਕੁ ਲਿਕੁਇਡਿਟੀ, ਇੰਨੀ ਕੁ ਤਰਲਤਾ ਜਿਹੜੀ ਕੈਸ਼ ਦੀ ਉਹ ਚੱਲਦੀ ਰਹਿਣੀ ਚਾਹੀਦੀ ਆ। ਜੇ ਰਿਜ਼ਰਵ ਬੈਂਕ ਇਹ ਮਹਿਸੂਸ ਕਰੇਗਾ ਕਿ ਇਹਨੇ ਨੋਟ ਛਾਪਣੇ ਚਾਹੀਦੇ ਨੇ ਤੇ ਉਹਨਾਂ ਨੂੰ ਛਾਪਣ ਦੀ ਕੋਈ ਮੁਸ਼ਕਿਲ ਨਹੀਂ, ਇਹ ਤੋਂ ਵੱਧ ਵੀ ਛਾਪੇ ਜਾ ਸਕਦੇ ਨੇ। ਇਹਦੀ ਕੋਈ ਇੱਦਾਂ ਦੀ ਕੋਈ ਕੰਡੀਸ਼ਨ ਹੈ ਨਹੀਂ। ਤੁਹਾਨੂੰ ਯਾਦ ਹੋਏਗਾ ਪੁਰਾਣੇ ਸਮੇਂ 'ਚ ਹੁੰਦਾ ਸੀ ਕਿ ਨੋਟਾਂ 'ਤੇ ਲਿਖਿਆ ਹੁੰਦਾ ਸੀ ਕਿ ਰਿਜ਼ਰਵ ਬੈਂਕ ਵੱਲੋਂ ਇੱਕ ਨੋਟ 'ਤੇ ਲਿਖ ਕੇ ਨੋਟ ਦਿੱਤਾ ਹੁੰਦਾ ਸੀ ਕਿ ਜੇ ਤੁਸੀਂ ਇੰਨੇ ਮੁੱਲ ਦਾ ਸੋਨਾ ਚਾਹੋਗੇ ਤੁਹਾਨੂੰ ਸੋਨਾ ਬੈਂਕ ਦੇਣ ਨੂੰ ਤਿਆਰ ਆ। ਪਰ ਅੱਜ ਕੱਲ੍ਹ ਇੱਦਾਂ ਦੀ ਕੋਈ ਕੰਡੀਸ਼ਨ ਨਹੀਂ ਜੀ। ਪਰ ਜਿੰਨੀ ਕਰੰਸੀ ਚਾਹੀਦੀ ਆ ਸਾਡੀਆਂ ਲੋੜਾਂ ਵਾਸਤੇ, ਜਿਸ ਤਰ੍ਹਾਂ ਹੁਣ ਇਹ ਕਰੰਸੀ ਆ 2000 ਵਾਲੀ ਨੋਟ ਦੀ ਆ, ਇਹ ਕਿਹਾ ਜਾਂਦਾ ਹੈ ਕਿ ਇਹ ਟੋਟਲ ਕਰੰਸੀ ਦਾ 10.8% ਆ ਜੀ। ਇਹਦਾ ਮਤਲਬ ਹੈ ਵੀ ਬਾਕੀ ਕਿੰਨਾ ਰਹਿ ਗਿਆ, 99.8% ਜਿਹੜਾ ਇਹ ਦੂਜੀ ਕਰੰਸੀ ਆ। ਛੋਟੇ ਨੋਟਾਂ ਦੀ 500 ਦੇ ਨੋਟ ਦੇ, 200 ਦੇ ਨੇ, 100 ਦੇ ਨੇ, 50 ਦੇ ਨੇ, 20 ਦੇ ਨੇ, ਉਹਨਾਂ ਨੋਟਾਂ ਦੀ ਇਹ ਜਿਹੜੀ ਕਰੰਸੀ ਆ, ਇਹ ਜੇ ਲੋੜ ਪੈਂਦੀ ਆ ਤੇ ਉਹ ਨਵੀਂ ਕਰੰਸੀ ਛੋਟੇ ਨੋਟਾਂ ਦੀ ਸ਼ਕਲ ਦੇ ਵਿੱਚ ਦੁਬਾਰਾ ਛਾਪੀ ਜਾ ਸਕਦੀ ਹੈ ਜੇ ਉਹਨੂੰ ਇਹ ਮਹਿਸੂਸ ਕੀਤਾ ਜਾਂਦਾ। ਇਹਦੇ ਨਾਲ ਹੀ ਤੁਸੀਂ ਇਹ ਗੱਲ ਸੁਣੀ ਹੋਏਗੀ ਕਿ ਇਹ ਵੀ ਰਿਜ਼ਰਵ ਬੈਂਕ ਵੱਲੋਂ ਕਿਹਾ ਗਿਆ ਕਿ ਅੱਜ ਕੱਲ੍ਹ ਜ਼ਿਆਦਾ ਲੋਕ ਡਿਜੀਟਲ ਕਰੰਸੀ ਵਰਤੋਂ ਕਰਨ ਲੱਗ ਪਏ ਨੇ। ਐਕਚੁਅਲੀ ਇੰਡੀਆ 'ਚ ਡਿਜੀਟਲ ਕਰੰਸੀ ਦੀ ਵਰਤੋਂ ਬਹੁਤ ਹੀ ਘੱਟ ਹੋ ਰਹੀ ਹੈ ਜੀ। ਉਹਦਾ ਰੀਜ਼ਨ ਇਹ ਆ ਕਿ ਬਹੁਤ ਸਾਰੇ ਤਾਂ ਅਨਪੜ੍ਹ ਨੇ ਲੋਕ। ਦੇਖੋ ਸਾਡੇ ਇੰਡੀਆ ਦਾ ਜੇ ਲਿਟਰੇਸੀ ਰੇਟ 74% ਹੈ ਸਾਰਾ। 100 ਚੋਂ 26 ਬੰਦੇ ਤਾਂ ਵੈਸੇ 8ਵੀਂ ਵੀ ਪਾਸ ਨਹੀਂ ਹੈਗੇ। ਤੇ ਡਿਜੀਟਲ ਕਰੰਸੀ ਤੇ ਉਹ ਬੰਦਾ ਵਰਤ ਸਕਦਾ ਜਿਹੜਾ ਪੂਰੀ ਤਰ੍ਹਾਂ ਫੈਮੀਲੀਅਰ ਹੈ ਜੀ ਜੀ। ਤੁਸੀਂ ਪੈਟਰੋਲ ਤੇ ਪੰਪ 'ਤੇ ਜਾਂਦੇ ਹੋ, ਤੁਸੀਂ ਆਰਾਮ ਨਾਲ ਆਪਣਾ ਡਿਜੀਟਲ ਕਰੰਸੀ ਦੇ ਰਾਹੀਂ ਐਕਸਚੇਂਜ ਉੱਤੇ ਪੈਟਰੋਲ ਪਵਾ ਸਕਦੇ ਹੋ। ਪਰ ਤੁਸੀਂ ਵੇਖਿਆ ਹੋਏਗਾ ਜਾਂ ਪੈਟਰੋਲ ਪੰਪ ਵਾਲਿਆਂ ਨੂੰ ਕਿਸੇ ਨੇ ਪੁੱਛਿਓ ਕਿ ਇੱਕ ਦਿਨ ਦੇ ਵਿੱਚ ਕਿੰਨੇ ਕੁ ਲੋਕ ਨੇ ਜਿਹੜੇ ਤੁਹਾਡੇ ਕੋਲ ਡਿਜੀਟਲ ਕਰੰਸੀ ਦੇ ਥਰੂ ਪੈਟਰੋਲ ਪਾਉਂਦੇ ਨੇ। ਮੇਰਾ ਨਹੀਂ ਖਿਆਲ ਕਿ 6-7 ਹਾਲਾਂ ਕਾਰਾਂ ਰੱਖਣ ਵਾਲੇ ਉਹ ਲੋਕ ਆ, ਉਹ ਵਰਗ ਆ ਜਿਹੜਾ ਹਾਈ ਇਨਕਮ ਵਰਗ ਆ, ਜਿਹੜਾ ਉੱਚਾ ਵਰਗ ਆ, ਉਹ ਵੀ ਜਿਹੜੇ ਨੇ ਉਹਨਾਂ 'ਚ ਵੀ ਜੇ ਫਟ ਕੋ 6-7% ਹੀ ਨੇ ਤੇ ਟੋਟਲ ਤੇ ਮੇਰਾ ਨਹੀਂ ਖਿਆਲ ਇੰਡੀਆ ਦੇ ਵਿੱਚ 3-4% ਜਾਂ 2-3% ਵੱਧ ਲੋਕ ਹੋਣ। ਹਾਂ, ਇਹ ਜ਼ਰੂਰ ਟ੍ਰੈਂਡ ਹੈਗਾ ਕਿ ਇਹਦੀ ਗਿਣਤੀ ਵੱਧ ਜ਼ਰੂਰ ਰਹੀ ਹੈ, ਪਰ ਇਹ ਵਧਦੇ ਬਹੁਤ ਸਮਾਂ ਲੱਗਦਾ ਹੈ। ਅਜੇ ਇੰਨੀ ਛੇਤੀ ਇਹਨੇ ਡਿਜੀਟਲ ਕਰੰਸੀ ਨੇ ਦੂਜੀ ਕੈਸ਼ ਕਰੰਸੀ ਦੀ ਜਗ੍ਹਾ ਨਹੀਂ ਲੈਣੀ। ਡਾਕਟਰ ਸਾਹਿਬ, ਜਿਵੇਂ ਨੋਟ ਦੀ 2000 ਦੇ ਦੀ ਬੰਦ ਕਰਨ ਦੀ ਜਿਹੜੀ ਗੱਲ ਆ, ਉਹਦਾ ਇੰਡੀਅਨ ਇਕਨੋਮੀ ਨੂੰ ਕੀ ਫਾਇਦਾ ਜਿਹੜਾ ਆ ਉਹ ਹੋਏਗਾ? ਇਹਦਾ ਬਹੁਤ ਫਾਇਦਾ ਹੋਏਗਾ ਜੀ। ਇਹ ਚੰਗੀ ਚੀਜ਼ ਹੈ। ਜਦੋਂ ਇਹ ਬੈਂਕ ਸਭੋ ਇਹਦੇ 'ਚ ਇੱਕ ਪੈਸਾ ਵੀ, ਇੱਕ ਨੋਟ ਵੀ ਬਲੈਕ ਮਨੀ ਦੇ ਤੌਰ ਦੇ ਉੱਤੇ ਨਹੀਂ ਆਉਂਦਾ, ਕਿਉਂਕਿ ਬਲੈਕ ਮਨੀ ਤਾਂ ਉਹ ਹੀ ਆ ਨਾ ਜਿਹੜੀ ਲੋਕਾਂ ਨੇ ਘਰਾਂ 'ਚ ਜਮ੍ਹਾਂ ਕੀਤੀ ਹੈ, ਜਿਹੜੀ ਉਹ ਬਾਜ਼ਾਰ ਬਾਹਰ ਨਹੀਂ ਲਿਆ ਰਹੇ।
ਜਦੋਂ ਬੈਂਕ 'ਚ ਆ ਜਾਂਦੀ ਹੈ ਉਹ ਬਲੈਕ ਮਨੀ ਨਹੀਂ ਰਹਿ ਜਾਂਦੀ। ਜਿਨ੍ਹਾਂ ਲੋਕਾਂ ਨੇ ਉਹ ਜਮ੍ਹਾਂ ਕੀਤੀ ਹੈ ਬੇਸ਼ੱਕ ਉਹ ਸਾਰੀ ਦੀ ਸਾਰੀ ਕਰੰਸੀ ਬੈਂਕ 'ਚ ਜਮ੍ਹਾਂ ਕਰਾ ਦੇਣ, ਉਹਨਾਂ ਤੇ ਬਲੈਕ ਮਨੀ ਦਾ ਤੇ ਕੋਈ ਨੋਟਿਸ ਨਹੀਂ ਹੋਏਗਾ ਜੀ। ਪਰ ਉਹ ਇਕਾਨਮੀ ਵਾਸਤੇ ਦੇਸ਼ ਦੇ ਹਿੱਤ ਦੀ ਗੱਲ ਆ। ਕਿਉਂ? ਕਿਉਂ ਅਕਾਊਂਟ 'ਚ ਆ ਜਾਏਗੀ ਜੀ। ਜਿਹੜਾ ਬੰਦਾ ਜਮ੍ਹਾਂ ਕਰਾਏਗਾ, ਤੁਸੀਂ ਵੇਖੋ ਹਰ ਸਾਲ ਇਨਕਮ ਟੈਕਸ ਰਿਟਰਨ ਬਹੁਤ ਲੋਕ ਅੱਜ ਕੱਲ੍ਹ ਭਰਦੇ ਨੇ, ਜ਼ਰੂਰੀ ਬਣਾਤਾ ਬਹੁਤ ਸਾਰੇ ਲੋਕਾਂ ਵਾਸਤੇ। ਉਹਦੇ ਵਿੱਚ ਜਿੰਨੀ ਵੀ ਤੁਹਾਡੀ ਬੈਂਕ 'ਚ ਵੀ ਮਨੀ ਜਮ੍ਹਾਂ ਆ, ਭਾਵੇਂ ਤੁਸੀਂ ਆਪਣੀ ਆਮਦਨ 'ਚੋਂ ਜਮ੍ਹਾਂ ਕਰਾਈ ਹੈ, ਉਹ ਤੁਹਾਡੀ ਆਮਦਨ 'ਚ ਗਿਣੀ ਜਾਂਦੀ ਹੈ। ਇਹਦਾ ਤੁਸੀਂ ਪੁੱਛਿਆ ਕਿ ਇਹਦਾ ਫਾਇਦਾ ਕੀ ਹੋਏਗਾ? ਇਹਦਾ ਫਾਇਦਾ ਇਹ ਹੋਏਗਾ, ਜਦੋਂ ਮਨੀ ਅਕਾਊਂਟ 'ਚ ਆ ਜਾਏਗੀ ਉਹਦੇ ਦੋ ਫਾਇਦੇ ਹੋਣਗੇ। ਪਹਿਲੀ ਗੱਲ ਤੇ ਜਿਨ੍ਹਾਂ ਲੋਕਾਂ ਦੇ ਅਕਾਊਂਟ ਦੇ ਵਿੱਚ ਪੈਸੇ ਵੱਧ ਆਏ ਉਹਦਾ ਟੈਕਸ ਲੱਗੇਗਾ ਤੇ ਗੌਰਮੈਂਟ ਨੂੰ ਆਮਦਨ ਜਾਏਗੀ ਜੀ। ਗੌਰਮੈਂਟ ਦੀ ਫਾਈਨੈਂਸ਼ੀਅਲ ਪੋਜੀਸ਼ਨ ਚੰਗੀ ਬਣੇਗੀ ਤੇ ਗੌਰਮੈਂਟ ਜ਼ਿਆਦਾ ਸਪੈਂਡ ਕਰਨ ਦੀ ਕਪੈਸਿਟੀ ਬਣਾਏਗੀ। ਪਹਿਲੀ। ਦੂਜੀ ਗੱਲ, ਜਿਹੜੇ ਬੈਂਕ ਨੇ ਉਹਨਾਂ ਦੀ ਲੈਂਡਿੰਗ ਕਪੈਸਿਟੀ, ਕਰਜ਼ਾ ਦੇਣ ਦੀ ਕਪੈਸਿਟੀ ਵੱਧ ਜਾਂਦੀ ਜੀ। ਉਹਨਾਂ ਕੋਲ ਜਿੰਨਾ ਪੈਸਾ ਬੈਂਕਾਂ 'ਚ ਜਮ੍ਹਾਂ ਹੈ ਨਾ, ਉਹਦੇ ਬੇਸ ਦੇ ਉੱਤੇ ਉਹ ਕਰਜ਼ਾ ਦਿੰਦੇ ਨੇ। ਫਰਜ਼ ਕਰੋ ਇਹਦੇ ਬੇਸ ਦੇ ਉੱਤੇ ਉਹ ਇਨਵੈਸਟਮੈਂਟ ਵਾਸਤੇ ਕਰਜ਼ਾ ਦਿੰਦੇ ਨੇ, ਇਨਵੈਸਟਮੈਂਟ ਵਾਸਤੇ ਕਰਜ਼ਾ ਦਿੰਦੇ ਨੇ। ਉਹਦੇ ਨਾਲ ਨਵੀਂ ਇੰਪਲੋਇਮੈਂਟ ਜਨਰੇਟ ਹੁੰਦੀ ਹੈ, ਉਹਦੇ ਨਾਲ ਪ੍ਰੋਡਕਸ਼ਨ ਜਨਰੇਟ ਹੁੰਦੀ ਹੈ। ਇੱਕ ਦੇਸ਼ ਦੀ ਪ੍ਰੋਸਪੈਰਿਟੀ ਡਿਪੈਂਡ ਕਰਦੀ ਆ ਕਿ ਉਸ ਦੇਸ਼ 'ਚ ਵਸਤੂਆਂ ਤੇ ਸੇਵਾਵਾਂ ਦੀ ਪ੍ਰੋਡਕਸ਼ਨ ਕਿੰਨੀ ਹੈ ਤੇ ਲੋਕਾਂ ਦੀ ਐਕਸੈਸਿਬਿਲਿਟੀ ਕਿੰਨੀ ਹੈ ਉਹਨਾਂ ਤੱਕ, ਉਹ ਕਿੰਨੇ ਲੋਕਾਂ ਦੇ ਹੱਥਾਂ 'ਚ ਉਹ ਚੀਜ਼ਾਂ ਮਿਲ ਸਕਦੀਆਂ ਨੇ। ਜਦੋਂ ਉਹ ਇਨਵੈਸਟ ਹੋਣਗੇ ਪੈਸੇ, ਬੈਂਕ ਦੀ ਪੋਜੀਸ਼ਨ ਬਣੇਗੀ ਕਿ ਉਹ ਅੱਗੇ ਨਾਲੋਂ ਜ਼ਿਆਦਾ ਪੈਸੇ ਇਨਵੈਸਟ ਕਰ ਲੈਣ ਜੀ, ਅੱਗੇ ਨਾਲੋਂ ਜ਼ਿਆਦਾ ਪੈਸੇ ਕਰਜ਼ਾ ਦੇ ਲੈਣ। ਉਹਦੇ ਨਾਲ ਇਨਵੈਸਟਮੈਂਟ ਵਧੇਗੀ, ਉਹਦੇ ਨਾਲ ਇੰਪਲੋਇਮੈਂਟ ਜਨਰੇਟ ਹੋਏਗੀ, ਉਹਦੇ ਨਾਲ ਪ੍ਰੋਡਕਸ਼ਨ ਵਧੇਗੀ, ਪ੍ਰੋਸਪੈਰਿਟੀ 'ਚ ਵਾਧਾ ਹੋਏਗਾ। ਜੇ ਫਿਰ ਲੋਕਾਂ ਦੇ ਘਰਾਂ 'ਚ ਹੀ ਪਈ ਰਹਿੰਦੀ ਆ, ਉਹ ਸਰਕੂਲੇਸ਼ਨ 'ਚ ਹੀ ਨਹੀਂ ਆਉਂਦੀ। ਦੇਖੋ ਜਿਹੜਾ ਮੈਂ ਖਰਚ ਕਰਨਾ ਵਾ ਉਹ ਕਿਸੇ ਦੀ ਆਮਦਨ ਬਣਦੀ ਹੈ ਜੀ। ਜਦੋਂ ਉਹ ਪੈਸੇ ਵਰਤੋਂ 'ਚ ਆਉਣਗੇ ਉਹਦੇ ਨਾਲ ਇਕਾਨਮੀ ਦੀ ਰਫਤਾਰ ਦੇ ਵਿੱਚ ਤੇਜ਼ੀ ਆਉਂਦੀ ਹੈ। ਸੋ ਇਹ ਜਿਹੜੇ 2000 ਦੇ ਨੋਟ ਨੇ, ਬੇਸ਼ੱਕ ਰਿਜ਼ਰਵ ਬੈਂਕ ਦੀਆਂ ਫਿਗਰ ਸੀ ਕਿ 3.6 ਲੱਖ ਕਰੋੜ ਦੇ ਬਰਾਬਰ ਇਸ ਵੇਲੇ 2000 ਵਾਲੇ ਨੋਟ ਜਿਹੜੇ ਨੇ ਉਹ ਕਰੰਸੀ ਵਿੱਚ ਉਹਦੀ ਮਾਤਰਾ ਹੈਗੀ ਹੈ ਜੀ। ਪਰ ਉਹਦੇ 'ਚੋਂ ਸਾਰੇ ਦੇ ਸਾਰੇ ਜੇ ਆ ਜਾਣ ਜਾਂ ਥੋੜ੍ਹੇ ਬਹੁਤੇ ਨਹੀਂ ਵੀ ਆਉਂਦੇ, ਕੋਈ ਬਹੁਤੀ ਫਰਕ ਵੀ ਨਹੀਂ ਪੈਂਦਾ। ਪਰ ਉਹਦੇ ਨਾਲ ਬੈਂਕਾਂ ਦੀ ਜਿਹੜੀ ਕਰਜ਼ਾ ਦੇਣ ਦੀ ਸਮਰੱਥਾ ਵੱਧਦੀ ਆ। ਬੈਂਕ ਜ਼ਿਆਦਾ ਕਰਜ਼ਾ ਦੇਣਗੇ, ਮਨੀ ਸਰਕੂਲੇਸ਼ਨ 'ਚ ਆਏਗੀ ਜੀ, ਕਿਸੇ ਦਾ ਖਰਚ ਹੋਏਗਾ, ਕਿਸੇ ਦੀ ਆਮਦਨ ਬਣੇਗੀ, ਉਹਦੇ ਨਾਲ ਇਕਾਨਮੀ 'ਚ ਤੇਜ਼ੀ ਆਏਗੀ। ਡਾਕਟਰ ਸਾਹਿਬ, ਬਲੈਕ ਮਨੀ ਜਿਵੇਂ ਤੁਸੀਂ ਜ਼ਿਕਰ ਕੀਤਾ, ਬਲੈਕ ਮਨੀ ਕੀ ਹੁੰਦੀ ਆ ਤੇ ਪੈਦਾ ਕਿਵੇਂ ਹੁੰਦੀ ਹੈ? ਹਾਂ, ਦੇਖੋ ਬਲੈਕ ਮਨੀ ਉਹੋ ਹੀ ਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਜਿਹੜੀ ਕਿਸੇ ਲੇਖੇ 'ਚ ਨਹੀਂ ਆਉਂਦੀ, ਕਿਸੇ ਅਕਾਊਂਟ 'ਚ ਨਹੀਂ ਆਉਂਦੀ। ਜਿਹੜੀ ਮਨੀ ਤੇ ਅਕਾਊਂਟ 'ਚ ਆ ਗਈ ਹੈ ਉਹ 'ਤੇ ਟੈਕਸ ਲੱਗ ਜਾਣਾ। 3 ਟੈਕਸ ਦੀਆਂ ਸਲੈਬਾਂ ਨੇ। ਪਹਿਲੀ ਸਲੈਬ ਹੈ 10% ਵਾਲੀ ਸੈਲਰੀ, ਉਹਦੇ ਬਾਅਦ 25% ਵਾਲੀ ਆ, 30% ਵਾਲੀ ਆ। ਫਿਰ ਕੋਲ ਕਈ ਕਾਰਪੋਰੇਟਸ ਨੇ, ਜਿਸ ਤਰ੍ਹਾਂ ਵੱਡੇ ਵੱਡੇ ਕਾਰਪੋਰੇਟਸ ਨੇ, ਕਾਰਖਾਨੇਦਾਰ ਨੇ, ਉਹਨਾਂ ਨੂੰ ਵੀ ਟੈਕਸ ਲੱਗਦਾ। ਉਹ ਪਹਿਲਾਂ 30% ਹੁੰਦਾ ਸੀ, ਫਿਰ ਗੌਰਮੈਂਟ ਨੇ ਰਿਡਿਊਸ ਕਰਕੇ 25% ਕੀਤਾ। ਫਿਰ ਗੌਰਮੈਂਟ ਨੇ ਹੁਣ ਰਿਡਿਊਸ ਕਰਕੇ ਸ਼ਾਇਦ ਹੋਰ ਥੱਲੇ ਕਰ ਦਿੱਤਾ। ਉਹਦਾ ਰਿਡਿਊਸ ਕਰਨ ਦਾ ਕਾਰਨ ਕੀ ਹੈ ਕਿ ਗੌਰਮੈਂਟ ਦੀ ਪਾਲਿਸੀ ਆ ਕਿ ਇਨਕਰੇਜ ਕੀਤਾ ਜਾਏ ਜਿਹੜੇ ਇਨਵੈਸਟਰਸ ਨੇ ਤੇ ਜਿਹੜੇ ਇੰਡਸਟਰੀਅਲਿਸਟ ਨੇ, ਕਿ ਉਹਨਾਂ ਨੂੰ ਟੈਕਸ ਨੂੰ ਘਟਾਇਆ ਜਾਏ। ਪਰ ਜੇ ਇਸ ਵਿੱਚੋਂ ਵੀ ਕੁਝ ਪੈਸੇ ਅਕਾਊਂਟ 'ਚ ਨਹੀਂ ਆਉਂਦੇ, ਟੈਕਸ ਉਹਦੇ 'ਤੇ ਲੱਗੇਗਾ ਨਾ ਜਿਹੜੇ ਪੈਸੇ ਬੈਂਕ 'ਚ ਜਮ੍ਹਾਂ ਹੋਏ ਨੇ, ਜਾਂ ਉਹਦੇ 'ਤੇ ਲੱਗੇਗਾ ਜਿਹੜੀਆਂ ਉਹਨਾਂ ਨੇ ਫਿਗਰ ਸ਼ੋਅ ਕੀਤੀਆਂ ਨੇ ਕਿ ਅਸੀਂ ਇੰਨੀ ਆਮਦਨ ਕਮਾਈ ਹੈ, ਕਿਸੇ ਇੰਡਸਟਰੀਅਲਿਸਟ ਨੇ ਜਾਂ ਕਿਸੇ ਕਾਰਪੋਰੇਟ ਨੇ ਇੰਨੀ ਆਮਦਨ ਕਮਾਈ, ਟੈਕਸ ਉੱਤੇ ਲੱਗਣਾ ਨਾ, ਬਾਕੀਆਂ ਦਾ ਟੈਕਸ ਨਹੀਂ ਲੱਗਣਾ ਜੀ। ਅੱਛਾ, ਜਦੋਂ ਪੈਸੇ ਜਦੋਂ ਅਕਾਊਂਟ 'ਚ ਆ ਜਾਏਗੀ ਉੱਤੇ ਟੈਕਸ ਲੱਗੇਗਾ ਤੇ ਸਰਕਾਰ ਦੀ ਜਿਹੜੀ ਆਮਦਨ ਬਣੇਗੀ। ਅੱਛਾ, ਜਿਹੜੀ ਪੈਣੀ ਨੋਟਾਂ ਦੀ ਆਪਣਾ ਬੋਰੀਆਂ ਦੀ ਸ਼ਕਲ ਦੇ ਵਿੱਚ ਬੰਦ ਕੀਤੀ ਪਈ ਰਹੇਗੀ, ਕਿਸੇ ਦੇ ਘਰ ਰਹੇਗੀ, ਉਹ ਸਰਕੂਲੇਸ਼ਨ 'ਚ ਨਹੀਂ ਆਏਗੀ। ਸਰਕੂਲੇਸ਼ਨ ਵਿੱਚ ਲਿਆਉਣ ਵਾਸਤੇ ਇਹ ਜਿਹੜੀ ਐਕਸਰਸਾਈਜ਼ ਕੀਤੀ ਜਾਂਦੀ ਆ, ਕਿਸੇ ਨਾ ਕਿਸੇ ਵੇਲੇ ਜਿਸ ਤਰ੍ਹਾਂ ਪਹਿਲਾਂ ਸਾਰੇ ਨੋਟ ਬੰਦ ਕੀਤੇ ਜਾਂ ਥੋੜ੍ਹੇ ਵੱਡੇ ਨੋਟ ਬੰਦ ਕੀਤੇ, ਇਸ ਵੇਲੇ ਸਿਰਫ ਇੱਕ 2000 ਦਾ ਨੋਟ ਬੰਦ ਕੀਤਾ। ਉਹ ਵੀ ਬੰਦ ਕਰਨ ਦਾ ਤਰੀਕਾ ਬਹੁਤ ਵਧੀਆ ਰਿਹਾ ਕਿ ਉਹਨੂੰ ਤੁਸੀਂ 30 ਸਤੰਬਰ ਤੱਕ ਵਾਪਸ ਕਰਾ ਲਓ ਬੈਂਕ ਤੋਂ, ਜਾਂ ਉਹਨੂੰ ਜਮ੍ਹਾਂ ਕਰਾ ਲਓ। ਕਿਉਂ ਪਿਛਲੀ ਵਾਰੀ ਲਾਈਨਾਂ ਲੱਗ ਗਈਆਂ ਸਨ, ਡੈਥਸ ਵੀ ਕਈ ਹੋ ਗਈਆਂ ਸਨ ਲਾਈਨਾਂ ਦੇ ਵਿੱਚ। ਕਿਉਂ ਲੋਕਾਂ ਨੂੰ ਕਿਸੇ ਦਾ ਵਿਆਹ ਸੀ, ਕਿਸੇ ਦਾ ਕੋਈ ਆਪਣੇ ਪ੍ਰੋਗਰਾਮ ਸੀ, ਉਹਨਾਂ ਨੂੰ ਪਰੇਸ਼ਾਨੀਆਂ ਆਈਆਂ ਸਨ। ਪਰ ਐਤਕੀ ਇੱਦਾਂ ਦੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ। ਮੈਂ ਮਹਿਸੂਸ ਕਰਦਾ ਬੜਾ ਚੰਗਾ ਮੈਥਡ ਹੈ, ਇਹ ਬੜਾ ਚੰਗਾ ਕੀਤਾ ਜੀ। ਜਿਹੜੀ ਬਲੈਕ ਮਨੀ ਤੇ ਬਣਦੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹ ਬਲੈਕ ਮਨੀ ਨੂੰ ਰੋਕਣ ਵਾਸਤੇ ਬਜਾਏ ਕਿ ਸਾਰੀ ਕਰੰਸੀ ਨੂੰ ਤੁਸੀਂ ਡੀਨੋਟੀਫਾਈ ਕਰੋ, ਇੱਕੋ ਨੋਟ ਜਿਹੜਾ ਉਹਨੂੰ ਡੀਨੋਟੀਫਾਈ ਕੀਤਾ, ਜਿਹਦੇ ਵਿੱਚ ਸ਼ੰਕਾ ਹੈ ਕਿ ਜ਼ਿਆਦਾ ਜਿਹੜੀ ਬਲੈਕ ਮਨੀ ਜਮ੍ਹਾਂ ਕੀਤੀ ਜਾਂਦੀ ਹੈ। ਜੀ ਜੀ,
ਡਾਕਟਰ ਸਾਹਿਬ ਜਿਹੜੀ ਇਹ ਫਿਰ 2000 ਦਾ ਨੋਟ ਜਿਵੇਂ ਸਰਕਾਰ ਵਿਡਰਾਅ ਕਰ ਲਏਗੀ ਜਿਵੇਂ ਸਤੰਬਰ ਤੋਂ ਬਾਅਦ, ਤਾਂ ਇਹਨਾਂ ਨੂੰ ਫਿਰ ਕੀ ਕੀਤਾ ਜਾਂਦਾ? ਇਹਨਾਂ ਨੂੰ ਸਾਂਭ ਲਿਆ ਜਾਂਦਾ ਵਾ ਜਾਂ ਇਹਨਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ? ਇਹਨਾਂ ਨੂੰ ਸਾਂਭ ਲਿਆ ਜਾਂਦਾ ਜੀ। ਇਹਨਾਂ ਨੋਟਾਂ ਦੇ ਜਿਹੜੇ ਯੂਜ਼ ਹੀ ਨਹੀਂ ਹੋਣਾ। ਤੁਹਾਨੂੰ ਮੈਂ ਇੱਕ ਬੜੀ ਇੰਟਰਸਟਿੰਗ ਐਗਜ਼ਾਮਪਲ ਦੱਸਣਾ ਜੀ। 1971 'ਚ ਜਦੋਂ ਬੰਗਲਾਦੇਸ਼ ਦੀ ਲੜਾਈ ਹੋਈ ਸੀ ਨਾ, ਹਾਂਜੀ, ਤੇ ਇੰਡੀਅਨ ਫੌਜ ਨੇ ਕਬਜ਼ਾ ਕਰ ਲਿਆ ਸੀ ਜੀ। ਤੇ ਕਲਕੱਤੇ 'ਚ ਕਹਾਣੀਆਂ ਸੁਣੀਆਂ ਕਿ ਕਈ ਲੋਕੀ ਉਹਦੇ ਬੰਗਾਲ ਦੀ ਕਰੰਸੀ ਦੀਆਂ ਬੋਰੀਆਂ ਭਰ ਕੇ ਲੈ ਆਏ। ਅੱਛਾ ਜੀ। ਮਿਲ ਗਈਆਂ ਉਧਰੋਂ। ਅੱਛਾ ਜੀ, ਅੱਛਾ ਜੀ। ਤੇ ਉਹਨਾਂ ਨੇ ਜਦੋਂ ਇੱਧਰ ਲੈ ਆਂਦੀਆਂ, ਉਹ ਇਟ ਵਾਸ ਜਸਟ ਏ ਪੇਪਰ। ਨਾ ਉਹ ਬੰਗਲਾਦੇਸ਼ 'ਚ ਵਰਤੀ ਜਾ ਸਕਦੀ, ਨਾ ਇੰਡੀਆ 'ਚ ਵਰਤੀ ਜਾ ਸਕਦੀ। ਉਸ ਵੇਲੇ ਉਹਦਾ ਯੂਜ਼ ਹੀ ਨਾ ਰਿਹਾ ਕਿਉਂਕਿ ਗਵਰਨਮੈਂਟ ਨੇ ਉਸ ਸਾਰੀ ਕਰੰਸੀ ਬੈਨ ਕਰ ਦਿੱਤੀ ਸੀ। ਹਾਂਜੀ। ਸੋ ਇਸ ਕਰਕੇ ਜਿਹੜੀ ਕਰੰਸੀ ਬੈਨ ਹੀ ਹੋ ਜਾਣੀ, ਉਹਦਾ ਯੂਜ਼ ਤਾਂ ਹੈ ਕੋਈ ਨਹੀਂ। ਉਹ ਸਮਝੋ ਰੱਦੀ ਪਈ ਰਹੀ ਹੈ ਜਾਂ ਉਹਨੂੰ ਡਿਸਟਰਾਏ ਕਰਤਾ, ਉਹ ਫਰਕ ਨਹੀਂ ਪੈਂਦਾ। ਪਰ ਉਹਦਾ ਜਾਂ ਯੂਜ਼ ਹੀ ਫਰਦਰ ਯੂਜ਼ ਹੀ ਹੈ ਨਹੀਂ। ਇਹ ਤਾਂ ਨਹੀਂ ਨਾ ਵੀ ਅੱਜ 2000 ਦਾ ਨੋਟ ਬੰਦ ਕੀਤਾ ਤੇ 6 ਮਹੀਨੇ ਫਿਰ ਲਾਗੂ ਹੋ ਜਾਣਾ। ਇਹ ਤਾਂ ਗੱਲ ਹੈ। ਜੀ ਜੀ ਜੀ, ਬਿਲਕੁਲ। ਡਾਕਟਰ ਸਾਹਿਬ ਜਿਵੇਂ ਵੱਡੇ ਨੋਟਾਂ ਦੇ ਵਿੱਚ ਹੀ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਬਲੈਕ ਮਨੀ ਜਿਹੜੀ ਆ ਉਹ ਸਾਂਭੀ ਜਾਂਦੀ ਆ, ਇਹ ਵਾਕਿਆ ਹੀ ਇਹ ਸਹੀ ਗੱਲ ਆ ਕਿ ਸਾਰੇ ਜਿੰਨੇ ਵੀ ਲੋਕ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੇ ਬਲੈਕ ਮਨੀ ਇਕੱਠੀ ਕੀਤੀ ਆ ਤਾਂ ਉਹ ਵੱਡੇ ਨੋਟਾਂ 'ਚ ਹੋਏਗੀ? ਇਹ ਵੀ ਤਾਂ ਹੋ ਸਕਦਾ ਨੇ ਕਿਸੇ ਨੇ 500 ਦੇ ਨੋਟ ਜਾਂ 500 ਦਾ ਨੋਟ ਵੀ ਜਿਹੜਾ ਆ ਉਹ ਵੀ ਵੱਡਿਆਂ ਨੋਟਾਂ ਦੇ ਵਿੱਚ ਹੀ ਆਉਂਦਾ ਆ, ਤਾਂ ਉਹਦੇ ਵਿੱਚ ਵੀ ਜਮ੍ਹਾਂ ਕੀਤੀ ਹੋ ਸਕਦੀ ਹੈ। ਇਹ ਹੈ ਕਿ ਸਰਕਾਰ ਸਾਰੀ ਹੀ ਬਲੈਕ ਮਨੀ ਕੱਢ ਲੂਗੀ 2000 ਦੇ ਨੋਟਾਂ ਦੇ ਨਾਲ? ਇਹ ਪੋਸੀਬਲ ਹੈਗਾ ਜੀ। ਕੋਈ ਜ਼ਰੂਰੀ ਨਹੀਂ ਕਿ ਸਾਰੀ ਜਿਹੜੀ ਕਰੰਸੀ ਆ 2000 'ਚ ਨੋਟਾਂ 'ਚ ਜਮ੍ਹਾਂ ਹੋਈ ਹੈ। 500 'ਚ ਵੀ ਹੋ ਸਕਦੀ ਹੈ, 100 'ਚ ਵੀ ਹੋ ਸਕਦੀ ਹੈ ਜੀ। ਪਰ ਯੂਜ਼ਲੀ ਟ੍ਰੈਂਡ ਇਹ ਹੁੰਦਾ ਹੈ ਕਿ ਵੱਡੇ ਨੋਟ ਜਮ੍ਹਾਂ ਕਰ ਦਿਓ। ਇਸ ਕਰਕੇ ਇਹ ਬਿਲਕੁਲ ਠੀਕ ਹੈ ਕਿ 100 ਦੇ ਨੋਟਾਂ 'ਚ ਵੀ ਬਲੈਕ ਮਨੀ ਜਮ੍ਹਾਂ ਹੋਏਗੀ। 500 ਉਹ ਬਾਹਰ ਨਹੀਂ ਆਏਗੀ, ਉਹ ਰਹੇਗੀ। ਪਰ ਉਹ ਦੇਸ਼ ਦਾ ਨੁਕਸਾਨ ਆ, ਸਮੁੱਚਾ ਨੁਕਸਾਨ ਆ ਦੇਸ਼ ਦਾ। ਜਿੰਨੀ ਬਲੈਕ ਮਨੀ ਹੋਏਗੀ ਉਹਨਾਂ ਹੀ ਦੇਸ਼ ਦਾ ਨੁਕਸਾਨ। ਇਸ ਕਰਕੇ ਕਿ ਮਨੀ ਸਰਕੂਲੇਸ਼ਨ 'ਚ ਨਹੀਂ ਆਉਂਦੀ, ਉਹ ਕਿਸੇ ਕੰਮ ਨਹੀਂ ਆ ਰਹੀ, ਉਹ ਕੋਈ ਇੰਪਲਾਇਮੈਂਟ ਜਨਰੇਟ ਨਹੀਂ ਕਰ ਰਹੀ। ਜਦੋਂ ਇੰਪਲਾਇਮੈਂਟ ਜਨਰੇਟ ਨਹੀਂ ਕਰ ਰਹੀ, ਉਹ ਇਨਕਮ ਜਨਰੇਟ ਨਹੀਂ ਕਰ ਰਹੀ, ਉਹ ਪ੍ਰੋਸਪੈਰਿਟੀ ਜਨਰੇਟ ਨਹੀਂ ਕਰ ਰਹੀ। ਸੋ ਇਸ ਕਰਕੇ ਜਿਹੜੇ ਆ ਛੋਟੇ ਨੋਟਾਂ 'ਚ ਕਰੰਸੀ ਤਾਂ ਜ਼ਰੂਰ ਹੋਏਗੀ ਜਮ੍ਹਾਂ, ਪਰ ਉਹ ਘੱਟ ਹੁੰਦੀ ਹੈ। ਇਸ ਕਰਕੇ ਵੱਡੇ ਨੋਟ ਆ। ਪਰ ਇਹ ਤਾਂ ਹੋ ਨਹੀਂ ਨਾ ਸਕਦਾ ਵੀ ਸਾਰੇ ਨੋਟ ਹੀ ਬੰਦ ਕਰ ਦਿਓ, ਲੋਕਾਂ ਨੂੰ ਮੁਸੀਬਤਾਂ 'ਚ ਪਾ ਦਿਓ। ਕਿਉਂਕਿ ਅਜੇ ਆਪਣੀ ਇਹ ਪੋਜੀਸ਼ਨ ਹੈ ਨਹੀਂ। ਕਿਉਂਕਿ ਜਿਹੜੀ ਕੈਨੇਡਾ 'ਚ ਜਾਂ ਅਮਰੀਕਾ 'ਚ ਜਾਂ ਇੰਗਲੈਂਡ 'ਚ ਜਾਂ ਐਡਵਾਂਸ ਕੰਟਰੀਆਂ 'ਚ ਆ ਕਿ ਆਮ ਲੋਕ ਜਿਹੜੇ ਡਿਜੀਟਲ ਹੈ ਵੀ ਸੌਖਾ, ਮੈਥਡ ਵੀ ਸੌਖਾ ਹੈ, ਬਹੁਤ ਵਧੀਆ ਮੈਥਡ ਹੈ, ਚੰਗਾ ਹੈ। ਪਰ ਉਹ ਯੂਜ਼ ਕਰ ਸਕਦੇ ਆ ਜਿਨ੍ਹਾਂ ਕੋਲ ਚੰਗੇ ਬੈਂਕ ਬੈਲੈਂਸਿਸ ਨੇ ਤੇ ਉਹਨਾਂ ਨੂੰ ਪੂਰਾ ਨੌਲੇਜ ਆ ਵੀ ਇਹਨੂੰ ਕਿੱਦਾਂ ਵਰਤਣਾ ਹੈ। ਹਰ ਬੰਦਾ ਤਾਂ ਯੂਜ਼ ਕਰ ਨਹੀਂ ਸਕਦਾ। ਇੰਡੀਆ ਵਰਗੇ ਦੇਸ਼ 'ਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 100 ਦੇ ਵਿੱਚੋਂ 26 ਬੰਦੇ ਦੇ ਜਵਾਜੇ 8ਵੀਂ ਤੋਂ ਕੋਈ ਗਾਹ ਨਹੀਂ ਪੜੇ, ਉਹਨਾਂ ਨੇ ਕੀ ਯੂਜ਼ ਕਰਨੀ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਬਲੈਕ ਮਨੀ ਦੀ ਜਿਹੜੀ ਆ ਉਹ, ਤੇ ਨਾਲ ਜਿਵੇਂ ਹੁਣ ਡਿਜੀਟਲ ਕਰੰਸੀ ਦੀ ਚਰਚਾ ਜਦੋਂ ਹੁੰਦੀ ਆ ਕਿ ਅਸੀਂ ਡਿਜੀਟਲ ਤੌਰ ਦੇ ਉੱਤੇ ਪੈਸਾ ਸੈਂਡ ਕਰਤਾ, ਅਕਾਊਂਟ ਦੇ ਥਰੂ ਗਿਆ, ਅਕਾਊਂਟ ਦੇ ਥਰੂ ਆਇਆ, ਜਾਂ ਕਈ ਐਪਸ ਇੱਦਾਂ ਦੀਆਂ ਚੱਲ ਪਈਆਂ ਨੇ ਜਿਨ੍ਹਾਂ ਦੇ ਥਰੂ ਅਸੀਂ ਪੈਟਰੋਲ ਪੰਪ ਜਾਂ ਕਿਤੇ ਵੀ ਕੋਈ ਮਾਲ 'ਤੇ ਗਏ ਆ ਜਾਂ ਕਿਤੇ ਕੋਈ ਸੌਦੇ ਵਾਲੀ ਦੁਕਾਨ 'ਤੇ ਗਏ ਆ, ਤਾਂ ਉਹ ਸਾਰਾ ਜਿਹੜਾ ਆ ਉਸੇ ਤਰੀਕੇ ਨਾਲ। ਕਈ ਲੋਕ ਇਹ ਵੀ ਕਹਿੰਦੇ ਨੇ ਕਿ ਕਰੰਸੀ ਇੱਕ ਦਿਨ ਨੂੰ ਬਿਲਕੁਲ ਬੰਦ ਹੋ ਜਾਣੀ ਆ। ਇਹ ਪੋਸੀਬਲ ਹੈਗਾ ਆ ਕਿ ਕ੍ਰਿਪਟੋ ਕਰੰਸੀ ਜਿਹੜੀ ਕਹਿੰਦੇ ਆ ਕਿ ਉਹ ਚੱਲੇਗੀ ਜਾਂ ਇੱਦਾਂ ਲਿਕੁਇਡ ਕਰੰਸੀ ਹੀ? ਬਿਲਕੁਲ ਕਰੰਸੀ ਤਾਂ ਬੰਦ ਨਹੀਂ ਹੋ ਸਕਦੀ ਜੀ, ਕਿਉਂਕਿ ਇਹ ਬੜਾ ਈਜ਼ੀ ਮੈਥਡ ਆ ਵਟਾਂਦਰੇ ਦਾ। ਇਹ ਬਿਲਕੁਲ ਹੀ ਬੰਦ ਨਹੀਂ ਹੋ ਸਕਦੀ ਜੀ। ਇਹ ਆ ਕਿ ਇਹਦੀ ਮਾਤਰਾ ਘੱਟ ਸਕਦੀ ਆ। ਜਿੱਦਾਂ ਹੁਣ ਜਿਹੜੇ ਐਡਵਾਂਸ ਕੰਟਰੀ ਆ ਉਹ ਜ਼ਿਆਦਾ ਡਿਜੀਟਲ ਵਰਤੋਂ ਕਰੀ ਜਾ ਰਹੇ ਆ ਜੀ। ਬਿਜਲੀ ਦਾ ਬਿੱਲ ਦੇਣਾ ਉਹਨਾਂ ਡਿਜੀਟਲ ਨਾਲ ਦੇਣਾ, ਪਾਣੀ ਦਾ ਬਿੱਲ ਦੇਣਾ ਡਿਜੀਟਲ ਦਾ ਦੇਣਾ, ਉਹਨਾਂ ਨੇ ਪੈਟਰੋਲ ਦੀ ਪੇਮੈਂਟ ਕਰਨੀ ਹੈ ਡਿਜੀਟਲ ਪੇਮੈਂਟ ਕਰ ਦੇਣੀ ਹੈ। ਸੋ ਉੱਥੇ ਤਾਂ ਇਹ ਪੋਸੀਬਲ ਆ ਕਿਉਂਕਿ ਉੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਪੜ੍ਹੇ ਲਿਖੇ ਵੀ ਨੇ। ਆਪਣੇ ਦੇਸ਼ ਦੇ ਵਿੱਚ ਵੀ ਸਿਰਫ ਉਹ ਲੋਕ ਇਹਨੂੰ ਵਰਤ ਰਹੇ ਨੇ ਜਿਹੜੇ ਇਹਦੀ ਵਰਤੋਂ ਕਰਨੀ ਜਾਣ ਗਏ ਨੇ। ਤੇ ਮੈਨੂੰ ਯਾਦ ਹੈ ਇੱਕ ਡੇਅਰੀ ਵਾਲਾ ਸੀ, ਦੁੱਧ ਦੇ ਰਿਹਾ ਸੀ ਅੰਮ੍ਰਿਤਸਰ 'ਚ, ਤੇ ਉਹ ਘਰ ਵਾਲੇ ਕਿਹਾ ਜੀ ਸਾਨੂੰ ਉਹਨਾਂ ਨੂੰ ਕੋ ਆਪਣਾ ਅਕਾਊਂਟ ਨੰਬਰ ਦੇਣ, ਅਸੀਂ ਪੈਸੇ ਜਮ੍ਹਾਂ ਕਰਾ ਦਿੰਦੇ ਹਾਂ। ਤੇ ਮੈਂ ਮਹਿਸੂਸ ਕੀਤਾ ਕਿ ਡੇਅਰੀ ਵਾਲੇ ਕੋਲ ਯਾਰ ਉਹਨੂੰ ਤਾਂ ਇੰਨਾ ਨੌਲੇਜ ਹੀ ਨਹੀਂ ਹੋਣਾ, ਉਹ ਕਿੱਦਾਂ ਉਹਦੇ ਕੋਲ ਇਸ ਤਰ੍ਹਾਂ ਦੀ ਗੱਲਬਾਤ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਉਹ ਆਉਂਦੇ ਸੀ ਅਕਾਊਂਟ ਨੰਬਰ ਦੇ ਦੇ ਤੇ ਅਸੀਂ ਤੇਰਾ ਜਮ੍ਹਾਂ ਕਰਾ ਦਿੰਦੇ ਹਾਂ। ਉਹ ਕਹਿੰਦਾ ਜੀ ਮੇਰਾ ਟੈਲੀਫੋਨ ਨੰਬਰ ਮੈਂ ਦੇ ਦਿਆਂ ਜਾਂ ਦੂਜਾ? ਮੈਂ ਕਿਹਾ ਟੈਲੀਫੋਨ ਨੰਬਰ ਦਾ ਕੀ ਹੁੰਦਾ? ਉਹ ਕਹਿੰਦਾ ਟੈਲੀਫੋਨ ਨਾਲ ਵੀ ਜਮ੍ਹਾਂ ਹੋ ਜਾਂਦੀ ਆ ਤੇ ਦੂਜੀ ਤਰ੍ਹਾਂ ਵੀ ਹੋ ਜਾਂਦੀ ਆ। ਉਹਨੂੰ ਦੇਤਾ, ਉਹਦੇ ਪੈਸੇ ਜਮ੍ਹਾਂ ਹੋ ਗਏ। ਹਾਂਜੀ ਹਾਂਜੀ, ਉਹ ਬੜਾ ਈਜ਼ੀ ਆ, ਨਾ ਉਹਨਾਂ ਨੂੰ ਕਿਤੇ ਜਾਣਾ ਪਿਆ, ਨਾ ਉਹਨੂੰ ਕਿਤੇ ਆਉਣਾ ਪਿਆ, ਉਹਦੇ ਪੈਸੇ ਅਕਾਊਂਟ ਦੇ ਵਿੱਚ ਆ ਗਏ ਆ। ਬਿਲਕੁਲ। ਤੇ ਇਸ ਕਰਕੇ ਜਿਹੜੇ ਲੋਕ ਇਹਦੀ ਵਰਤੋਂ ਸ਼ੁਰੂ ਕਰ ਦਿੰਦੇ ਆ ਨਾ, ਜਾਂ ਜਿਹਨਾਂ ਨੂੰ ਇਹਦਾ ਨੌਲੇਜ ਆ ਗਿਆ, ਉਹਨਾਂ ਵਾਸਤੇ ਤਾਂ ਬੜਾ ਈਜ਼ੀ ਮੈਥਡ ਆ। ਤੇ ਜਿਹੜੇ ਬੰਦੇ ਨੇ ਯੂਜ਼ ਨਹੀਂ ਕੀਤਾ, ਜੇ ਸ਼ੁਰੂਆਤ ਨਹੀਂ ਕੀਤੀ, ਇਹਦੇ ਬਾਰੇ ਸਿੱਖਿਆ ਨਹੀਂ, ਜਾਂ ਜਿਹੜੇ ਹੁਣ ਆਪਾਂ ਇਹ ਕਹੀਏ ਕਿ ਇੰਡੀਆ 'ਚ 93% ਲੋਕ ਜਿਹੜੇ ਨੇ ਬੇਸ਼ੱਕ ਪਿੱਛੇ ਜਿਹੜਾ ਜਨਧਨ ਯੋਜਨਾ ਦੇ ਥਰੂ ਪ੍ਰਧਾਨ ਮੰਤਰੀ ਮੋਦੀ ਨੇ ਟਰਾਈ ਕੀਤੀ ਸੀ ਕਿ ਸਾਰਾ ਹੀ ਇੰਡੀਆ ਜਿਹੜਾ ਹੈ ਉਹਦਾ ਅਕਾਊਂਟ ਹੋਣਾ ਚਾਹੀਦਾ ਹਰ ਪਰਿਵਾਰ ਦਾ, ਪਰ ਅਜੇ ਤੱਕ ਵੀ ਉਹ ਜਿਹੜੇ ਜਨਧਨ ਵਾਲੇ ਨੇ
ਉਹਦੇ ਨਾਲ ਪਹਿਲੇ ਪੈਸੇ ਜਮ੍ਹਾਂ ਕਰਾਏ ਨੇ ਉਹ ਹੀ ਰਹੇ ਨੇ, ਬਾਅਦ 'ਚ ਲੋਕਾਂ ਨੇ ਆਪਰੇਟ ਨਹੀਂ ਕੀਤੇ। ਸੋ ਬੈਂਕ ਦੀ ਜਿਹੜੀ ਆਪਰੇਸ਼ਨ ਹੈ ਹਾਰਡਲੀ 7-8% ਤੋਂ ਵੱਧ ਲੋਕ ਨਹੀਂ ਕਰ ਰਹੇ। ਇਸ ਕਰਕੇ ਡਿਜੀਟਲ ਕਰੰਸੀ ਦੀ ਵਰਤੋਂ ਕਰਦਿਆਂ ਨੂੰ ਅਜੇ ਬਹੁਤ ਸਾਲ ਲੱਗਣੇ ਨੇ ਤੇ ਜਿਹੜੀ ਕੈਸ਼ ਕਰੰਸੀ ਹੈ ਉਹਦਾ ਚੱਲਣਾ ਜ਼ਰੂਰੀ ਇਸ ਕਰਕੇ ਕਿ ਛੋਟੇ ਸੌਦੇ ਆ, ਸਬਜ਼ੀ ਲੈਣੀ ਹੈ, ਛੋਟਾ ਮੋਟਾ ਕਰਿਆਨਾ ਲੈਣਾ, ਕਰਿਆਨੇ ਦੀਆਂ ਚੀਜ਼ਾਂ ਲੈਣੀਆਂ ਨੇ, ਉਹਦੇ ਵਾਸਤੇ ਜਿਹੜੀ ਕੈਸ਼ ਦੀ ਨੋਟ ਸਾਨੂੰ ਰਹਿਣੀ ਹੈ। ਇਹ ਬਿਲਕੁਲ ਲਗਾਤਾਰ ਇਹ ਬੰਦ, ਇਹਦੀ ਛੇਤੀ ਬੰਦ ਨਹੀਂ ਹੋਣੀ। ਜੀ 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 ਡਾਕਟਰ ਸਾਹਿਬ, ਜਿਵੇਂ ਤੁਸੀਂ ਕਿਹਾ ਪੜ੍ਹੇ ਲਿਖੇ ਲੋਕ ਜਿਹੜੇ ਜ਼ਿਆਦਾਤਰ ਡਿਜੀਟਲ ਵਰਤੋਂ ਜਿਹੜੀ ਆ ਉਹ ਕਰਦੇ ਆ, ਪਰ ਕਈ ਪੜ੍ਹੇ ਲਿਖੇ ਲੋਕ ਇਸ ਗੱਲੋਂ ਵੀ ਡਰਦੇ ਆ ਕਿ ਅੱਜ ਕੱਲ੍ਹ ਤੁਹਾਨੂੰ ਕੋਈ ਫੋਨ ਆਉਂਦਾ ਆ, ਤੁਹਾਡੇ ਕੋਲ ਤੁਹਾਡੀ KYC ਪੁੱਛ ਲਈ ਜਾਂਦੀ ਆ ਜਾਂ ਕੋਈ ਫ਼ੋਨ ਨੰਬਰ ਤੋਂ ਹੀ ਤੁਹਾਡਾ ਅਕਾਊਂਟ ਜਿਹੜਾ ਖਾਲੀ ਕਰ ਦਿੱਤਾ ਜਾਂਦਾ। ਇਹ ਵੀ ਇਹਦੇ ਵਿੱਚ ਕਾਫੀ ਖਤਰੇ ਵੀ ਹੋਣਗੇ ਜਦੋਂ ਇਹ ਪ੍ਰੋਪਰ ਸਾਰੇ ਹੀ ਇਸ ਚੀਜ਼ ਨੂੰ ਜਿਹੜੇ ਬੰਦੇ ਨਾਲ ਹੀ ਤੁਹਾਨੂੰ ਵਾਰਨਿੰਗ ਵੀ ਆਉਂਦੀ ਰਹਿੰਦੀ ਹੈ ਵੀ ਤੁਸੀਂ ਆਪਣਾ ਜਿਹੜਾ ਅਕਾਊਂਟ ਨੰਬਰ ਇਹ ਨਾ ਦਿਓ, ਅਸੀਂ ਕਦੀ ਨਹੀਂ ਪੁੱਛਿਆ। ਹਾਂਜੀ। ਸੋ ਇਹ ਤੁਹਾਡੀ ਗੱਲ ਠੀਕ ਹੈ, ਠੱਗੀਆਂ ਹੋਈਆਂ ਨੇ ਇਹਦੇ, ਹਾਂਜੀ, ਜਿਹਨੂੰ ਸਾਈਬਰ ਕ੍ਰਾਈਮ ਕਹਿੰਦੇ ਆ, ਹੋਈਆਂ ਨੇ ਠੱਗੀਆਂ। ਬਹੁਤ ਸਾਰੇ ਲੋਕ ਵਿਚਾਰੇ ਚੀਟ ਹੋਏ ਨੇ ਇਹਦੇ ਨਾਲ। ਪਰ ਹੁਣ ਤੁਸੀਂ ਆਮ ਜਾਣਦੇ ਹੋ, ਪੈਟਰੋਲ ਪੰਪ ਵਾਲੇ ਨੂੰ ਪੁੱਛੋ ਯਾਰ ਕਿੰਨੇ ਕੁ ਲੋਕ ਆਉਂਦੇ ਉਹਦੇ ਦਿਹਾੜੀ ਦੇ ਵਿੱਚ ਹਾਰਡਲੀ 15-20 ਬੰਦੇ ਹੀ ਹੁੰਦੇ ਨੇ ਜਿਹੜੇ ਇਹਦੇ ਨਾਲ ਪੈਸੇ ਦਿੰਦੇ ਨੇ। ਪਰ ਇਹਦਾ ਮਤਲਬ ਜਿਹੜੇ ਲੋਕ ਪੈਸੇ ਇਹਦੇ ਨਾਲ ਡੀਲ ਕਰ ਰਹੇ ਨੇ ਡਿਜੀਟਲ ਕਰੰਸੀ ਦੇ ਥਰੂ, ਉਹਨਾਂ ਨੂੰ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਆਈ ਨਹੀਂ। ਬਹੁਤ ਲੋਕਾਂ ਨੂੰ ਨਹੀਂ ਆਈ। ਕੁਝ ਲੋਕਾਂ ਨੂੰ ਜਿਹੜੀਆਂ ਤੁਸੀਂ ਦੱਸੀਆਂ ਨੇ ਇਹ ਕੋਈ ਐਕਸੈਪਸ਼ਨ ਤਾਂ ਹੁੰਦੀਆਂ ਹੀ ਨੇ, ਕੁਝ ਚੀਜ਼ਾਂ ਹੈਗੀਆਂ ਨੇ, ਕੁਝ ਲੋਕ ਹੋਏ ਨੇ ਜਿਨ੍ਹਾਂ ਨਾਲ ਠੱਗੀ ਹੋਈ ਆ, ਪਰ ਆਮ ਤੌਰ 'ਤੇ ਇੱਦਾਂ ਦੀ ਕੋਈ ਪੋਸੀਬਿਲਿਟੀ ਨਹੀਂ ਜੀ। ਉਹ ਮਤਲਬ ਇਸ ਤਰ੍ਹਾਂ ਦੀ ਸੰਭਾਵਨਾ ਜਿਹੜੀ ਹੈ ਨਹੀਂ ਹੈ ਨਹੀਂ ਪਈ। ਜੇ ਇੱਦਾਂ ਦੀ ਗੱਲ ਹੋਏ ਤਾਂ ਫਿਰ ਤਾਂ ਡਿਜੀਟਲ ਕਰੰਸੀ ਕੋਈ ਵਰਤਾ ਹੀ ਨਾ, ਇਸ ਤਰ੍ਹਾਂ ਦੀ ਗੱਲ ਨਹੀਂ। ਉਹ ਤਾਂ ਐਕਸੈਪਸ਼ਨਲ ਕੇਸ ਹੈ ਨਾ, ਕਿਤੇ ਹੋ ਗਿਆ, ਕਿਸੇ ਨਾਲ ਠੱਗੀ ਹੋ ਗਈ ਹੈ। ਤੇ ਇਹਦਾ ਮਤਲਬ ਇਹ ਆ ਡਾਕਟਰ ਸਾਹਿਬ ਫਿਰ ਵੀ ਹੁਣ ਡਿਜੀਟਲ ਕਰੰਸੀ ਜਿਹੜੀ ਆ ਉਹ ਵਰਤਣ ਦਾ ਰੁਝਾਨ ਵੀ ਜਿਹੜਾ ਆ ਉਹ ਵੱਧ ਸਕਦਾ, ਵੱਧ ਰਿਹਾ। ਜਿਹੜਾ ਗੌਰਮੈਂਟ ਨੇ ਫਿਕਰ ਦਿੱਤੀਆਂ ਨੇ ਜੀ ਕਿ ਸ਼ਾਇਦ ਮੈਨੂੰ ਯਾਦ ਨਹੀਂ, ਉਹਦੇ ਨੂੰ ਅਖਬਾਰ 'ਚ ਪੜ੍ਹ ਰਿਹਾ ਸਾਂ ਕਿ 2021 ਤੱਕ ਸ਼ਾਇਦ 1900 ਸਮਥਿੰਗ ਕਰੋੜ ਦੇ ਸੌਦੇ ਇਹਦੇ 'ਚ ਹੋਏ ਨੇ ਤੇ 2022 'ਚ 3000 ਲੱਖ ਕਰੋੜ ਦੇ ਸੌਦੇ ਜਿਹੜੇ ਨੇ ਇਹਦੇ 'ਚ ਹੋਏ ਨੇ। ਅੱਛਾ ਜੀ। ਥਰੂ ਡਿਜੀਟਲ ਜਿਹੜੀ ਪੇਮੈਂਟਾਂ ਹੋਈਆਂ ਨੇ। ਫਿਰ ਇਹਦਾ ਰੁਝਾਨ ਡੇ ਬਾਈ ਡੇ ਵੱਧ ਰਿਹਾ, ਕਿਉਂਕਿ ਜਿਉਂ ਲੋਕਾਂ 'ਚ ਇਹਦੀ ਮਤਲਬ ਨਾਲੇਜ ਵੱਧਦਾ ਜਾ ਰਿਹਾ, ਉਹ ਸਮਝਦੇ ਨਹੀਂ ਯਾਰ ਸੌਖਾ ਕੰਮ ਆ, ਬੈਂਕ 'ਚ ਜਾਣ ਦੀ ਲੋੜ ਹੀ ਨਹੀਂ, ਫਿਰ ਘਰ ਬਿਜਲੀ ਦਾ ਬਿੱਲ ਜਾ ਕੇ ਲਾਈਨ 'ਚ ਲੱਗਣ ਦੀ ਲੋੜ ਹੀ ਨਹੀਂ। ਹਾਂਜੀ ਹਾਂਜੀ। ਉਹ ਇਸ ਢੰਗ ਨਾਲ ਵੱਧ ਰਿਹਾ। ਜੀ ਡਾਕਟਰ ਸਾਹਿਬ, ਲਾਸਟ ਦੇ ਉੱਤੇ ਕੀ ਕਹਿਣਾ ਚਾਹੋਗੇ ਜਿਹੜਾ 2000 ਦੇ ਨੋਟ ਨੂੰ ਲੈ ਕੇ ਅਜੇ ਵੀ ਸ਼ੰਕੇ ਆ, ਕੋਈ ਲੈ ਨਹੀਂ ਰਿਹਾ ਵੀ ਸਤੰਬਰ ਤੱਕ ਇਹ ਚੱਲਣਾ ਆ, ਅਜੇ ਕੋਈ ਖਤਰੇ ਵਾਲੀ ਗੱਲ ਨਹੀਂ? ਇਹਦੇ 'ਚ ਬਿਲਕੁਲ ਹੀ ਕੋਈ ਖਤਰੇ ਵਾਲੀ ਗੱਲ ਨਹੀਂ ਜੀ। 30 ਸਤੰਬਰ 2000 ਤੱਕ ਇਹ ਲੀਗਲ ਟੈਂਡਰ ਆ। ਠੀਕ ਹੈ, ਜਿਹੜੇ ਨਹੀਂ ਲੈ ਰਹੇ ਉਹ ਸਿਰਫ ਇਸ ਕਰਕੇ ਨਹੀਂ ਲੈ ਰਹੇ ਕਿ ਮੈਂ ਕਿਤੇ ਬੈਂਕ ਜਮ੍ਹਾਂ ਕਰਾਉਣ ਗਿਆ, ਟਾਈਮ ਵੇਸਟ ਕਿਉਂ ਕਰਾਂਗਾ। ਕਿਉਂਕਿ ਇੱਕ ਸਬਜ਼ੀ ਦੀ ਦੁਕਾਨ ਵਾਲਾ ਆ ਕਹੇਗਾ ਯਾਰ ਮੈਂ ਸਾਰੀ ਦਿਹਾੜੀ ਉੱਥੇ ਜਾ ਕੇ ਬੈਂਕ 'ਚ ਖਲੋ ਰਵਾਂ, ਜਿਸ ਤਰ੍ਹਾਂ ਉਹਨੂੰ ਪੁਰਾਣਾ ਜਿਹਾ ਡਰ ਜਿਹਾ ਬੈਠਾ ਕਿ ਬੈਂਕ 'ਚ ਲਾਈਨ ਸ਼ਾਇਦ ਲੱਗੀ ਹੋਗੀ, ਪਰ ਇੱਦਾਂ ਦੀ ਗੱਲ ਹੈ ਨਹੀਂ। ਇਹ ਲੋੜ ਹੈ ਹੀ ਨਹੀਂ। ਇਹਨੇ ਦੂਜੀ ਗੱਲ ਥੋੜ੍ਹੇ ਨੇ, ਕੋਈ ਲਾਈਨ 'ਚ ਲੱਗਣ ਵਾਲੀ ਤਾਂ ਗੱਲ ਨਹੀਂ, ਪਰ ਜਿਹੜੇ ਲੋਕ ਨਹੀਂ ਲੈ ਰਹੇ ਉਹਨਾਂ ਦੇ ਆਪਣੇ ਸ਼ੰਕੇ ਨੇ ਕਿ ਮੇਰੇ ਕੋਲ ਸ਼ਾਇਦ ਅਗਲਾ ਬੰਦਾ ਨਹੀਂ ਲਏਗਾ, ਇਸ ਕਰਕੇ ਮੈਂ ਇਹਨੂੰ ਲਵਾਂ ਹੀ ਨਾ। ਤੇ ਦੂਜਾ ਉਹਨੂੰ ਇਹ ਆ ਕਿ ਮੈਂ ਟਾਈਮ ਨਾ ਵੇਸਟ ਕਰ ਲਵਾਂ। ਬਿਲਕੁਲ। ਸੋ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦੇ ਇਸ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਸ਼ਾਮਲ ਹੋ ਕੇ ਇਸ ਕਰੰਟ ਟੌਪਿਕ ਦੇ ਉੱਤੇ ਗੱਲਬਾਤ ਕੀਤੀ, ਜਿਹੜਾ ਕਿ ਇਸ ਵੇਲੇ ਲੋਕਾਂ ਦੇ ਵਿੱਚ ਸ਼ੰਕਾ ਵੀ ਹੈਗਾ ਆ ਕਿ ਨੋਟ ਪਤਾ ਨਹੀਂ 2000 ਦਾ ਲੈ ਲਿਆ ਅਤੇ ਉਹ ਅੱਗੇ ਬੈਂਕ ਨੇ ਲੈਣਾ ਜਾਂ ਨਹੀਂ ਲੈਣਾ। ਸਤੰਬਰ ਤੱਕ ਜਿਹੜਾ ਆ, ਸਤੰਬਰ ਦੀ 30 ਤਰੀਕ ਤੱਕ ਜਿਹੜਾ ਇਹ ਨੋਟ ਆ ਉਹ ਬੈਂਕ ਵੀ ਅਸੈਪਟ ਕਰੇਗਾ। ਤੁਸੀਂ ਹੋਰ ਵੀ ਕਿਤੇ ਦੇ ਸਕਦੇ ਹੋ। ਜੇਕਰ ਕੋਈ ਤੁਹਾਡੇ ਕੋਲ ਬਾਹਰ ਨਹੀਂ ਵੀ ਲੈਂਦਾ, ਨੋਟ ਤੁਹਾਡੇ ਕੋਲ ਆ ਜਾਂਦਾ, ਤੁਸੀਂ ਬੈਂਕ 'ਚ ਜਾ ਕੇ ਈਜ਼ੀਲੀ ਜਮ੍ਹਾਂ ਕਰਵਾ ਸਕਦੇ ਹੋ। ਉਹਦੇ ਉੱਤੇ ਤੁਹਾਨੂੰ ਕੋਈ ਵੀ ਪੁੱਛਗਿੱਛ ਨਹੀਂ ਹੋਏਗੀ ਜਾਂ ਕੁਛ ਇਸ ਤਰ੍ਹਾਂ ਦਾ ਜਿਹੜਾ ਆ ਉਹ ਨਹੀਂ ਹੋਏਗਾ। ਸੋ ਬਾਕੀ ਸਾਰੀ ਜਾਣਕਾਰੀ ਜਿਹੜੀ ਆ ਉਹ ਡਾਕਟਰ ਸਾਹਿਬ ਨੇ ਦੇ ਦਿੱਤੀ ਆ। ਆਉਂਦੇ ਸਮੇਂ ਦੇ ਵਿੱਚ ਜਿਹੜਾ ਆ ਉਹ ਡਿਜੀਟਲ ਕਰੰਸੀ ਦਾ ਯੁੱਗ ਜਿਹੜਾ ਆ ਉਹ ਆ ਰਿਹਾ ਆ। ਉਸ ਤਰੀਕੇ ਦੇ ਨਾਲ ਪੈਸਾ ਜਿਹੜਾ ਵਰਤਿਆ ਜਾਏਗਾ, ਕਰੰਸੀ ਹੌਲੀ ਹੌਲੀ ਜਿਹੜੀ ਆ ਉਹ ਘਟੀ ਜਾਏਗੀ। ਇਹ ਨਹੀਂ ਕਿ ਬਿਲਕੁਲ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਬੰਦ ਨਹੀਂ ਹੋਏਗੀ, ਪਰ ਜ਼ਿਆਦਾਤਰ ਰੁਝਾਨ ਜਿਹੜਾ ਆ ਉਹ ਹੁਣ ਡਿਜੀਟਲ ਕਰੰਸੀ ਵਾਲੇ ਪਾਸੇ ਜਿਹੜਾ ਆ ਉਹ ਜਾ ਰਿਹਾ ਆ। ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ, ਇੱਥੇ ਆਗਿਆ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।